ਸੋ ਸਪਰਮੈਟੋਜੈਨੇਸਿਸ ਕਦੋਂ ਸਟਾਰਟ ਹੁੰਦੀ ਆ? ਪਿਊਬਰਟੀ ਤੇ। ਕਿਉਂ ਸਟਾਰਟ ਹੁੰਦੀ ਆ? ਕਿਉਂਕਿ ਸਿਗਨੀਫਿਕੈਂਟ ਇਨਕਰੀਜ਼ ਹੁੰਦਾ ਇਨ ਦ ਸਿਕ੍ਰੀਸ਼ਨ ਆਫ ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ। ਠੀਕ ਆ, ਜੇ ਤੈਨੂੰ ਯਾਦ ਹੋਵੇ ਤਾਂ ਜਿਹੜਾ ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਆ ਉਹ ਇੱਕ ਹਾਈਪੋਥੈਲੈਮਿਕ ਹਾਰਮੋਨ ਆ, ਮੀਨਸ ਜੋ ਹਾਈਪੋਥੈਲਮਸ ਦੇ ਦੁਆਰਾ ਸਿਕਰੀਟ ਕੀਤਾ ਜਾਂਦਾ ਗਾ। ਫਿਰ ਕਾਫੀ ਜ਼ਿਆਦਾ ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਦਾ ਲੈਵਲ ਇਨਕਰੀਜ਼ ਹੋ ਜਾਂਦਾ, ਫਿਰ ਇਹ ਐਕਟ ਕਰਦਾ ਹੈਗਾ ਐਂਟੀਰੀਅਰ ਪਿਟਿਊਟਰੀ ਗਲੈਂਡ ਦੇ ਉੱਪਰ। ਐਂਟੀਰੀਅਰ ਪਿਟਿਊਟਰੀ ਗਲੈਂਡ ਦੇ ਉੱਪਰ ਐਕਟ ਕਰਕੇ ਇਹ ਦੋ ਗੋਨਾਡੋਟ੍ਰੋਪਿਨਸ ਦੀ ਸਿਕ੍ਰੀਸ਼ਨ ਨੂੰ ਸਟੀਮੂਲੇਟ ਕਰਦਾ। ਠੀਕ ਆ, ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ, ਗੋਨਾਡੋਟ੍ਰੋਪਿਨਸ ਨੂੰ ਰਿਲੀਜ਼ ਕਰਾਉਣ ਵਾਲਾ ਹਾਰਮੋਨ। ਹੁਣ ਕਿਹੜੇ ਕਿਹੜੇ ਗੋਨਾਡੋਟ੍ਰੋਪਿਨਸ ਦੀ ਸਿਕ੍ਰੀਸ਼ਨ ਨੂੰ ਸਟੀਮੂਲੇਟ ਕਰਦਾ? LH ਤੇ FSH। ਠੀਕ ਹੈ, ਲਿਊਟੇਨਾਈਜ਼ਿੰਗ ਹਾਰਮੋਨ ਤੇ ਫੋਲੀਕਲ ਸਟੀਮੂਲੇਟਿੰਗ ਹਾਰਮੋਨ। ਜਿਹੜਾ LH ਆ, ਜਿਹੜਾ ਲਿਊਟੇਨਾਈਜ਼ਿੰਗ ਹਾਰਮੋਨ ਆ, ਉਹ ਕੀ ਹੈ, ਲੇਡੀਕ ਸੈਲਸ ਦੇ ਉੱਪਰ ਐਕਟ ਕਰਦਾ ਤੇ ਸਟੀਮੂਲੇਟ ਕਰਦਾ ਐਂਡਰੋਜਨਸ ਦੀ ਸਿੰਥੇਸਿਸ ਤੇ ਸਿਕ੍ਰੀਸ਼ਨ ਨੂੰ। ਠੀਕ ਆ, LH ਲਿਊਟੇਨਾਈਜ਼ਿੰਗ ਹਾਰਮੋਨ ਐਂਡਰੋਜਨ ਕੌਣ? ਟੈਸਟੋਸਟੀਰਨ ਬੇਸਿਕਲੀ, ਰਾਈਟ। ਸੋ ਲੇਡੀਕਸ ਜਿਹੜਾ ਲਿਊਟੇਨਾਈਜ਼ਿੰਗ ਹਾਰਮੋਨ ਆ ਉਹ ਐਲਫੋ ਲਿਊਟੇਨਾਈਜ਼ਿੰਗ ਹਾਰਮੋਨ ਐਲਫੋਲੇਟਿਕ ਸੈਲਸ ਔਰ ਯੂ ਕੈਨ ਸੇ ਇੰਟਰਸਟੀਸ਼ੀਅਲ ਸੈਲਸ। ਠੀਕ ਹੈ, ਜਿਹੜਾ ਲਿਊਟੇਨਾਈਜ਼ਿੰਗ ਹਾਰਮੋਨ ਆ ਕਦੇ ਉੱਪਰ ਐਕਟ ਕਰੂਗਾ? ਲੇਡੀਕ ਸੈਲਸ ਦੇ ਉੱਪਰ ਐਕਟ ਕਰੂਗਾ ਤੇ ਸਟੀਮੂਲੇਟ ਕਰੂਗਾ ਐਂਡਰੋਜਨਸ ਦੀ ਸਿਕ੍ਰੀਸ਼ਨ ਨੂੰ। ਫਿਰ ਐਂਡਰੋਜਨਸ ਜਿਹੜੇ ਆ ਉਹ ਇਨ ਟਰਨ ਕੀ ਆ, ਸਟੀਮੂਲੇਟ ਕਰਨਗੇ ਸਪਰਮੈਟੋਜੈਨੇਸਿਸ ਨੂੰ। ਸੋ ਸਭ ਤੋਂ ਪਹਿਲਾਂ GnRH ਕੌਣ ਰਿਲੀਜ਼ ਕਰੂਗਾ? ਹਾਈਪੋਥੈਲੇਮਸ। ਹਾਈਪੋਥੈਲੇਮਸ ਨੇ ਕੀਤਾ ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਸਿਕ੍ਰੀਟ, ਇਹ ਐਕਟ ਕਰਿਆ ਐਂਟੀਰੀਅਰ ਪਿਟਿਊਟਰੀ ਦੇ ਉੱਪਰ, ਉਹਨੇ ਸਿਕ੍ਰੀਟ ਕੀਤਾ LH। FSH ਵੀ ਕੀਤਾ, ਪਹਿਲਾਂ ਆਪਾਂ ਇਕੱਲੇ LH ਦੀ ਗੱਲ ਕਰ ਲੈਂਦੇ। ਫਿਰ LH ਜਿਹੜਾ ਆ ਉਹ ਲੇਡੀਕ ਸੈਲਸ ਦੇ ਉੱਪਰ ਐਕਟ ਕਰਿਆ। ਠੀਕ ਆ, ਹੈ ਨਾ, LH ਕਰਿਆ ਲੇਡੀਕ ਸੈਲਸ ਦੇ ਉੱਪਰ ਐਕਟ। ਲੇਡੀਕ ਸੈਲਸ ਨੇ ਫਿਰ ਕੀ ਕਰਿਆ? ਐਂਡਰੋਜਨਸ ਸਿਕ੍ਰੀਟ ਕਰੇ। ਐਂਡਰੋਜਨਸ ਸਿਕ੍ਰੀਟ ਕਰੇ, ਐਂਡਰੋਜਨਸ ਜਿਹੜੇ ਆ ਸੈਮਨੀਫੈਰਸ ਟਿਬਿਊਲਸ ਦੇ ਉੱਪਰ ਐਕਟ ਕਰੇ ਤੇ ਉਹਨਾਂ ਨੇ ਕੀ ਕੀਤੀ? ਸਪਰਮੈਟੋਜੈਨੇਸਿਸ ਕੀਤੀ। ਸਪਰਮੈਟੋਜੈਨੇਸਿਸ ਦਾ ਸਾਰਾ ਪ੍ਰੋਸੈਸ ਹੋਇਆ। ਉਹ ਤੋਂ ਬਾਅਦ ਨੈਕਸਟ ਹਾਰਮੋਨ ਇਜ਼ ਫੋਲੀਕਲ ਸਟੀਮੂਲੇਟਿੰਗ ਹਾਰਮੋਨ। ਠੀਕ ਆ, ਸੇਮ ਪ੍ਰੋਸੈਸ। GnRH ਰਿਲੀਜ਼ ਕੀਤਾ ਹਾਈਪੋਥੈਲਮਸ ਨੇ, ਇਹ ਐਕਟ ਕਰੇ ਐਂਟੀਰੀਅਰ ਪਿਟਿਊਟਰੀ ਦੇ ਉੱਪਰ ਤੇ ਉੱਥੋਂ ਰਿਲੀਜ਼ ਹੋਇਆ ਫੋਲੀਕਲ ਸਟੀਮੂਲੇਟਿੰਗ ਹਾਰਮੋਨ। ਫਿਰ ਜਿਹੜਾ ਫੋਲੀਕਲ ਸਟੀਮੂਲੇਟਿੰਗ ਹਾਰਮੋਨ ਆ ਇਸ ਕੇਸ ਦੇ ਵਿੱਚ ਉਹ ਕਿਹਦੇ ਉੱਪਰ ਐਕਟ ਕਰੂਗਾ? ਸਰਟੋਲੀ ਸੈਲਸ ਦੇ ਉੱਪਰ। ਠੀਕ ਆ, ਜਿਹੜੇ ਸਰਟੋਲੀ ਸੈਲਸ ਨੇ ਉਹ ਕੀ ਕਰਨਗੇ? ਕੁਝ ਫੈਕਟਰਸ ਰਿਲੀਜ਼ ਕਰਨਗੇ ਸਪਰਮੈਟੋਜੈਨੇਸਿਸ ਦੇ ਪ੍ਰੋਸੈਸ ਨੂੰ ਐਨਹਾਂਸ ਕਰਨ ਦੇ ਲਈ ਐਂਡ ਪ੍ਰੋਵਾਈਡ ਨਰਿਸ਼ਮੈਂਟ ਪ੍ਰੋਵਾਈਡ ਕਰਨ ਦੇ ਲਈ ਫॉर द ਯੂ ਕੈਨ ਸੇ ਟੂ ਮੈਚੁਰ ਦ ਸਪਰਮੈਟੋਜ਼ੋਆ। ਠੀਕ ਆ, ਫਿਰ FSH ਕਿਹਦੇ ਉੱਪਰ ਐਕਟ ਕਰੂਗਾ? ਸਰਟੋਲੀ ਸੈਲ ਦੇ ਉੱਪਰ ਤੇ ਸਟੀਮੂਲੇਟ ਕਰੂਗਾ ਕੁਝ ਫੈਕਟਰਸ ਦੀ ਸਿਕ੍ਰੀਸ਼ਨ ਨੂੰ ਜਿਹੜੇ ਕਿ ਸਪਰਮੀਓਜੈਨੇਸਿਸ ਦੇ ਪ੍ਰੋਸੈਸ ਦੇ ਵਿੱਚ ਹੈਲਪ ਕਰਨਗੇ। ਠੀਕ ਆ, ਸਪਰਮੀਓਜੈਨੇਸਿਸ ਮੀਨਸ ਦ ਕਨਵਰਜਨ ਆਫ ਦ ਸਪਰਮੈਟੋਇਡਸ ਇਨਟੂ ਦ ਸਪਰਮੈਟੋਜ਼ੋਆ। ਠੀਕ ਆ, ਦੁਬਾਰਾ ਤੋਂ ਦੇਖ ਲੈਂਦੇ ਆ। ਲੈਟ ਅਸ ਸੀ ਇਟ ਅਗੇਨ। ਸਭ ਤੋਂ ਪਹਿਲਾਂ GnRH ਸੀਗਾ ਆਪਣੇ ਕੋਲ, ਜਿਹੜਾ ਹਾਈਪੋਥੈਲਮਸ ਦੇ ਉੱਪਰ ਐਕਟ ਹਾਈਪੋਥੈਲਮਸ ਦੇ ਦੁਆਰਾ ਸਿਕ੍ਰੀਟ ਕਰਿਆ ਗਿਆ। ਫਿਰ ਉਹ ਐਕਟ ਕਰਿਆ ਐਂਟੀਰੀਅਰ ਪਿਟਿਊਟਰੀ ਦੇ ਉੱਪਰ। LH ਲਿਊਟੇਨਾਈਜ਼ਿੰਗ ਹਾਰਮੋਨ ਤੇ ਫੋਲੀਕਲ ਸਟੀਮੂਲੇਟਿੰਗ ਹਾਰਮੋਨ, ਦੋ ਹਾਰਮੋਨ ਨੇ ਸਿਕ੍ਰੀਟ ਕਰੇ। ਜਿਹੜਾ LH ਆ ਉਹ ਲੇਡੀਕ ਸੈਲਸ ਦੇ ਉੱਪਰ ਐਕਟ ਕਰਿਆ, ਜਿਹੜਾ FSH ਆ ਉਹ ਸਰਟੋਲੀ ਸੈਲਸ ਦੇ ਉੱਪਰ ਐਕਟ ਕਰਿਆ। ਫਿਰ ਸੌਰੀ ਫਿਰ ਜਿਹੜਾ ਲੇਡੀਕ ਸੈਲਸ ਦੇ ਦੁਆਰਾ ਕੀ ਸਿਕ੍ਰੀਟ ਕਰੇ ਗਏ ਐਂਡਰੋਜਨਸ ਸਿਕ੍ਰੀਟ ਕਰੇ। ਸਰਟੋਲੀ ਸੈਲਸ ਨੇ ਕੀ ਕਰੇ? ਕੁਝ ਫੈਕਟਰਸ ਸਿਕ੍ਰੀਟ ਕਰੇ। ਠੀਕ ਹੈ, ਕੁਝ ਫੈਕਟਰਸ ਰਿਲੀਜ਼ ਕਰੇ ਜਿਹੜੇ ਐਂਡਰੋਜਨਸ ਸੀਗੇ ਉਹ ਐਕਟ ਕਰੇ ਸੈਮਨੀਫੈਰਸ ਟਿਬਿਊਲਸ ਦੇ ਉੱਪਰ ਸਪਰਮੈਟੋਜੈਨੇਸਿਸ ਨੂੰ ਸਟੀਮੂਲੇਟ ਕਰਨ ਦੇ ਲਈ। ਜਿਹੜੇ ਫੈਕਟਰ ਸੀਗੇ ਉਹਨਾਂ ਨੇ ਕੀ ਆ? ਸਪਰਮੀਓਜੈਨੇਸਿਸ ਦਾ ਪ੍ਰੋਸੈਸ ਕੈਰੀ ਔਨ ਕਰਾਇਆ। ਠੀਕ ਆ, ਉਹ ਕੀ ਆ? ਹਾਂ, ਪ੍ਰੋਸੈਸ ਸਪਰਮੀਓਜੈਨੇਸਿਸ ਦੇ ਪ੍ਰੋਸੈਸ ਦੇ ਵਿੱਚ ਹੈਲਪ ਕੀਤੀ। ਲੈਟ ਅਸ ਐਗਜ਼ਾਮਾਈਨ ਦ ਸਟਰਕਚਰ ਆਫ ਸਪਰਮ। ਹੁਣ ਆਪਾਂ ਇੱਕ ਸਪਰਮ ਦਾ ਸਟਰਕਚਰ ਦੇਖ ਲੈਂਦੇ ਹਾਂ ਪਹਿਲਾਂ, ਉਹਦੇ ਬਾਅਦ ਆਪਾਂ ਪੜ੍ਹਦੇ ਹਾਂ। ਠੀਕ ਆ, ਸੋ ਸੌਰੀ ਫॉर द डिस्टर्बेंस ਬਟ ਬਿਫੋਰ ਦੈਟ ਸਪਰਮ ਦਾ ਸਟਰਕਚਰ ਵੀ ਦੇਖਣ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਸਪਰਮੀਓਜੈਨੇਸਿਸ ਨੂੰ ਵੀ ਡਿਟੇਲ ਦੇ ਵਿੱਚ ਦੇਖ ਲਈਏ। ਮਤਲਬ ਕਿ ਆਪਾਂ ਨੇ ਥੋੜ੍ਹਾ ਜਿਹਾ ਇੱਦਾਂ ਦੇਖ ਲਈ ਕਿ ਸਪਰਮਾਟਿਡ ਐਂਡ ਸਪਰਮੈਟੋਜ਼ੋਆ ਦੇ ਵਿੱਚ ਫਰਕ ਕੀ ਹੁੰਦਾ ਹੈ ਨਾ। ਆਪਾਂ ਨੇ ਕਹਿ ਤਾਂ ਦਿੱਤਾ ਕਿ ਸਪਰਮੀਓਜੈਨੇਸਿਸ ਦਾ ਪ੍ਰੋਸੈਸ ਬਾਈ ਵਿਚ ਦ ਸਪਰਮਾਟਿਡਸ ਕਨਵਰਟ ਇਨਟੂ ਦ ਸਪਰਮੈਟੋਜ਼ੋਆ, ਰਾਈਟ, ਔਰ ਯੂ ਕੈਨ ਸੇ ਸਪਰਮ। ਹੁਣ ਇਹਨਾਂ ਦੇ ਵਿੱਚ ਫਰਕ ਕੀ ਆ? ਫਸਟ ਡਿਫਰੈਂਸ ਇਜ਼ ਇਹ ਆ ਕਿ ਇਹ ਨੋਰਮੋਟਾਈਲ ਹੁੰਦਾ ਗਾ। ਓਕੇ, ਸਭ ਤੋਂ ਵੱਡਾ ਡਿਫਰੈਂਸ ਤਾਂ ਹੀ ਆ। ਤੇ ਜਿਹੜਾ ਸਪਰਮ ਆ ਉਹ ਮੋਟਾਈਲ ਹੁੰਦਾ ਗਾ। ਓਕੇ, ਗ੍ਰੇਟ। ਨੈਕਸਟ ਇਜ਼ ਕਿ ਜਿਹੜਾ ਸਪਰਮਾਟਿਡ ਆ ਉਹ ਹੈਵੀ ਹੁੰਦਾ
ਤੇ ਜਿਹੜਾ ਸਪਰਮ ਆ ਉਹ ਲਾਈਟ ਹੁੰਦਾ ਗਾ। ਓਕੇ, ਐਂਡ ਇਹਦੇ ਵਿੱਚ ਟੇਲ ਹੁੰਦੀ ਹੈ, ਇਹਦੇ ਵਿੱਚ ਡਿਵੈਲਪਮੈਂਟ ਆਫ ਟੇਲ ਹੋ ਜਾਂਦੀ, ਮਤਲਬ ਟੇਲ ਡਿਵੈਲਪ ਕਰ ਜਾਂਦੀ ਆ। ਇਹਦੇ ਕੋਲ ਟੇਲ ਨਹੀਂ ਹੁੰਦੀ ਹੈਗੀ। ਐਂਡ ਵੇਟ ਇੰਨਾ ਵੀ ਲਾਈਟ ਨਹੀਂ ਹੁੰਦਾ, ਮਤਲਬ ਇਹ ਤੋਂ ਘੱਟ ਵੇਟ ਹੁੰਦਾ ਗਾ, ਠੀਕ ਹੈ, ਸਪਰਮੈਟਿਡ ਤੋਂ ਘੱਟ ਵੇਟ ਹੁੰਦਾ ਗਾ। ਅਤੇ ਇਹਦੇ ਵਿੱਚ ਇਹਦੇ ਕੋਲ ਕੀ ਹੁੰਦਾ, ਮਾਈਟੋਕੌਂਡਰੀਆ ਪ੍ਰੈਜੈਂਟ ਹੁੰਦਾ, ਨਿਊਕਲੀਅਸ ਪ੍ਰੈਜੈਂਟ ਹੁੰਦਾ ਗਾ, ਗੋਲਜੀ ਬੋਡੀ ਪ੍ਰੈਜੈਂਟ ਹੁੰਦੀ ਆ, ਠੀਕ ਹੈ, ਸਭ ਕੁਝ ਪ੍ਰੈਜੈਂਟ ਹੁੰਦਾ। ਇਹਦੇ ਕੋਲ ਨਿਊਕਲੀਅਸ ਹੁੰਦਾ ਬਟ ਕੰਪੈਕਟ ਹੁੰਦਾ, ਕੰਪੈਕਟ ਹੋ ਜਾਂਦਾ ਬਿਲਕੁਲ, ਬਸ ਹੈੱਡ ਦੇ ਵਿੱਚ ਰਹਿਣ ਦੇ ਲਈ, ਠੀਕ ਆ, ਕਿ ਇਕੱਲਾ ਹੈੱਡ ਦੇ ਵਿੱਚ ਫਿੱਟ ਆ ਜੇ ਇਹਨਾਂ ਦੇ ਕੰਪੈਕਟ ਦਾ ਨਿਊਕਲੀਅਸ ਹੋ ਜਾਂਦਾ ਗਾ। ਐਂਡ ਇਹਦੀ ਜਿਹੜੀ ਗੋਲਜੀ ਹੁੰਦੀ ਹੈ ਨਾ, ਉਹ ਟਰਾਂਸਫੋਰਮ ਹੋ ਜਾਂਦੀ ਹੈ ਐਕਰੋਜ਼ੋਮ ਦੇ ਵਿੱਚ, ਠੀਕ ਆ, ਐਕਰੋਜ਼ੋਮ ਦੇ ਵਿੱਚ ਸਪਰਮ ਦੇ ਵਿੱਚ ਕੀ ਹੈ, ਗੋਲਜੀ ਟਰਾਂਸਫੋਰਮ ਹੋ ਜਾਂਦੀ ਹੈ, ਠੀਕ ਆ। ਅਤੇ ਮਾਈਟੋਕੌਂਡਰੀਆ ਜਿਹੜੇ ਆ ਸਿਰਫ ਅਤੇ ਸਿਰਫ ਮਿਡਲ ਪੀਸ ਤੱਕ ਹੀ ਸੀਮਿਤ ਰਹਿ ਜਾਂਦੇ ਨੇ। Okay, these are the basic differences. Now let us see the structure of a sperm. ਸਭ ਤੋਂ ਪਹਿਲੀ ਗੱਲ, ਜਿਹੜਾ ਪਲਾਜ਼ਮਾ ਮੈਂਬਰੇਨ ਹੈ ਉਹ ਸਾਰੇ ਸਪਰਮ ਦੇ ਸਟਰਕਚਰ ਨੂੰ ਕੀ ਕਰਦਾ, ਕਵਰ ਕਰਦਾ ਹੈਗਾ, ਐਕਸੈਪਟ ਦਿਸ ਪੁਆਇੰਟ। ਇੱਥੇ ਦੇਖੋ ਬਣਾਇਆ ਨਹੀਂ ਹੋਇਆ ਨਾ, ਇੱਥੇ ਪਲਾਜ਼ਮਾ ਮੈਂਬਰੇਨ ਨਹੀਂ ਹੈਗਾ, ਠੀਕ ਆ। ਐਂਡ ਟੇਲ ਦੇ ਐਂਡ ਨੂੰ ਛੱਡ ਕੇ, ਠੀਕ ਆ, ਟੇਲ ਦੇ ਐਂਡ ਨੂੰ ਛੱਡ ਕੇ ਬਾਕੀ ਸਾਰੇ ਬੋਡੀ ਨੂੰ, ਸਪਰਮ ਦੀ ਬੋਡੀ ਨੂੰ ਜਿਹੜਾ ਪਲਾਜ਼ਮਾ ਮੈਂਬਰੇਨ ਹੈ ਉਹ ਕਵਰ ਕਰਦਾ ਹੁੰਦਾ ਗਾ, ਠੀਕ ਆ। ਟੇਲ ਦੇ ਐਂਡ ਨੂੰ ਕਿਉਂ ਨਹੀਂ ਕਵਰ ਕਰਦਾ, ਹਾਲਾਂਕਿ ਐਨਸੀਈਆਰਟੀ ਦੇ ਵਿੱਚ ਲਾਈਨ ਲਿਖੀ ਹੈ ਕਿ ਸਾਰੇ ਸਪਰਮ ਕਵਰ ਕਰਦਾ, ਬਟ ਡਾਇਗਰਾਮ ਦੇ ਅਕੋਰਡਿੰਗ ਦੇਖੀਏ ਦੈਨ ਇਟ ਇਜ਼ ਨਾਟ ਕਵਰਿੰਗ, ਐਜ਼ ਯੂ ਕੈਨ ਸੀ, ਰਾਈਟ। ਕਿਉਂਕਿ ਇੱਥੇ ਕੀ ਪ੍ਰੈਜ਼ੈਂਟ ਹੁੰਦਾ ਗਾ, ਐਕਸੀਅਲ ਫਿਲਾਮੈਂਟ ਹੁੰਦਾ, ਠੀਕ ਆ, ਐਕਸੀਅਲ ਫਿਲਾਮੈਂਟ, ਤਾਂ ਹੀ ਕਰਕੇ ਇੱਥੇ ਪਲਾਜ਼ਮਾ ਮੈਂਬਰੇਨ ਐਬਸੈਂਟ ਹੁੰਦਾ ਗਾ। ਓਕੇ, ਨਾਓ ਉਹਦੋਂ ਬਾਅਦ ਪਲਾਜ਼ਮਾ ਮੈਂਬਰੇਨ ਦੀ ਗੱਲ ਛੱਡਦੇ ਆ, ਅੱਗੇ ਆਉਂਦੇ ਆ ਤਾਂ ਸਭ ਤੋਂ ਉੱਪਰ ਪ੍ਰੈਜ਼ੈਂਟ ਹੁੰਦਾ ਗਾ ਐਕਰੋਜ਼ੋਮ, ਠੀਕ ਆ, ਜਿਹੜੇ ਕਿ ਗੋਲਜੀ ਬੋਡੀ ਐਕਰੋਜ਼ੋਮ ਦੇ ਵਿੱਚ ਕਨਵਰਟ ਹੋ ਜਾਂਦੀ ਆ, ਹੈ ਨਾ। ਜਿਹੜਾ ਐਕਰੋਜ਼ੋਮ ਹੁੰਦਾ ਇਹਦੇ ਵਿੱਚ, ਉਹਦੇ ਕੋਲ ਕੀ ਹੁੰਦਾ ਗਾ, ਵੇਰੀਅਸ ਐਨਜ਼ਾਈਮਸ ਹੁੰਦੇ ਨੇ, ਠੀਕ ਆ, ਜਿਹੜੇ ਕਿ ਓਵਮ ਦੇ ਮੈਂਬਰੇਨ ਨੂੰ ਕੀ ਕਰਨਗੇ, ਡਿਸਟਰੋਏ ਕਰਕੇ, ਔਰ ਯੂ ਕੈਨ ਸੇ ਰਪਚਰ ਕਰਕੇ ਅੰਦਰ, ਠੀਕ ਹੈ, ਓਵਮ ਦੇ ਅੰਦਰ ਮਤਲਬ ਰਪਚਰ ਕਰਨਗੇ ਤਾਂ ਕਰਕੇ ਜਿਹੜਾ ਸਪਰਮ ਹੈ ਉਹ ਅੰਦਰ ਜਾ ਸਕੇ, ਠੀਕ ਹੈ, ਓਵਮ ਨੂੰ ਪੈਨੀਟਰੇਟ ਕਰ ਸਕੇ, ਉਹਦੀ ਪੈਨੀਟ੍ਰੇਸ਼ਨ ਦੇ ਵਿੱਚ ਹੈਲਪ ਕਰਨਗੇ, ਠੀਕ ਆ। ਫਿਰ ਉਦੋਂ ਬਾਅਦ ਆਪਣੇ ਕੋਲ ਕੀ ਆਉਂਦਾ, ਨਿਊਕਲੀਅਸ ਆਉਂਦਾ, ਸਪਰਮ ਦਾ ਨਿਊਕਲੀਅਸ ਆਉਂਦਾ, ਜਿਹਦੇ ਕੋਲ ਕੀ ਆ, ਕ੍ਰੋਮੋਜ਼ੋਮਲ ਮਟੀਰੀਅਲ ਪ੍ਰੈਜ਼ੈਂਟ ਹੈਗਾ। ਅਤੇ ਆਹ ਐਕਰੋਜ਼ੋਮ ਅਤੇ ਸਪਰਮ ਦਾ ਜਿਹੜਾ ਨਿਊਕਲੀਅਸ ਆ ਉਹ ਮਿਲ ਕੇ ਕੌਨਸਟੀਟਿਊਟ ਕਰਦੇ ਨੇ ਹੈੱਡ। ਓਕੇ, ਫਿਰ ਉਹਦੋਂ ਬਾਅਦ ਆਪਣੇ ਕੋਲ ਛੋਟੀ ਜਿਹੀ ਆਉਂਦੀ ਹੈਗੀ ਨੈਕ, ਠੀਕ ਆ, ਛੋਟੀ ਜਿਹੀ ਨੈਕ ਆਉਂਦੀ ਹੈਗੀ ਸਪਰਮ ਦੀ। ਫਿਰ ਉਹਦੋਂ ਬਾਅਦ ਆਉਂਦਾ ਗਾ ਮਿਡਲ ਪੀਸ, ਜਿਹੜਾ ਮਿਡਲ ਪੀਸ ਹੁੰਦਾ ਗਾ ਉਹਦੇ ਕੋਲ 25 ਮਾਈਟੋਕੌਂਡਰੀਆ ਪ੍ਰੈਜ਼ੈਂਟ ਹੁੰਦੇ ਨੇ, ਕਿਉਂਕਿ ਇਹਨੂੰ ਐਨਰਜੀ ਵੀ ਤਾਂ ਚਾਹੀਦੀ ਹੋਵੇ ਉੱਥੇ ਤੱਕ ਪਹੁੰਚਣ ਲਈ, ਤਾਂ ਮਾਈਟੋਕੌਂਡਰੀਆ ਕੀ ਪਾਵਰ ਹਾਊਸ ਆਫ ਸੈੱਲ ਆ, ਫਲੈਜਲਾਂ ਨੂੰ ਚਲਾਉਣ ਦੇ ਲਈ ਵੀ ਤਾਂ ਐਨਰਜੀ ਚਾਹੀਦੀ ਹੋਗੀ ਨਾ, ਤਾਂ ਕਰਕੇ। ਐਂਡ ਮਿਡਲ ਪੀਸ ਦੇ ਵਿੱਚ ਕੀ ਹੁੰਦਾ ਹੈਗਾ, ਮਾਈਟੋਕੌਂਡਰੀਆ ਹੁੰਦੇ ਆ ਜਿਹੜੇ ਕਿ ਐਨਰਜੀ ਸੋਰਸ ਨੇ ਫॉर ਸਵਿਮਿੰਗ। ਓਕੇ, ਅਤੇ ਐਂਡ 'ਤੇ ਟੇਲ ਆਉਂਦੀ ਆ, ਅਤੇ ਟੇਲ ਦੇ ਵੀ ਐਂਡ 'ਤੇ ਐਕਸੀਅਲ ਫਿਲਾਮੈਂਟ। ਓਕੇ, ਸੋ ਹੁਣ ਆਪਾਂ ਐਨਸੀਈਆਰਟੀ ਪੜ੍ਹਦੇ ਹਾਂ। ਲੈਟ ਅਸ ਐਗਜ਼ਾਮਾਈਨ ਦ ਸਟਰਕਚਰ ਆਫ ਅ ਸਪਰਮ। ਇਟ ਇਜ਼ ਅ ਮਾਈਕਰੋਸਕੋਪਿਕ ਸਟਰਕਚਰ। ਸਭ ਤੋਂ ਪਹਿਲਾਂ ਤਾਂ ਮਾਈਕਰੋਸਕੋਪਿਕ ਸਟਰਕਚਰ ਆਪਾਂ ਇਹਨੂੰ ਨੇਕ ਆਈ ਨਾਲ ਨਹੀਂ ਦੇਖ ਸਕਦੇ, ਜਿਹਦੇ ਕੋਲ ਕੀ ਹੁੰਦਾ, ਹੈੱਡ ਹੁੰਦਾ, ਨੈਕ ਹੁੰਦੀ ਆ, ਮਿਡਲ ਪੀਸ ਹੁੰਦਾ ਅਤੇ ਟੇਲ ਹੁੰਦੀ ਆ, 4 ਪਾਰਟ ਹੁੰਦੇ ਆ, ਠੀਕ ਹੈ, ਹੈੱਡ, ਨੈਕ, ਮਿਡਲ ਪੀਸ ਅਤੇ ਟੇਲ, ਠੀਕ ਆ। ਪਲਾਜ਼ਮਾ ਮੈਂਬਰੇਨ ਐਨਵਲਪਸ ਦਾ ਹੋਲ ਬੋਡੀ ਆਫ ਸਪਰਮ, ਠੀਕ ਹੈ, ਇੱਕ ਪਲਾਜ਼ਮਾ ਮੈਂਬਰੇਨ ਸਾਰੇ ਸਪਰਮ ਦੀ ਬੋਡੀ ਨੂੰ ਐਨਵਲਪ ਕਰਦਾ ਅਕੋਰਡਿੰਗ ਟੂ ਦ ਲਾਈਨ, ਬਟ ਇੱਥੇ ਦੇਖੋ ਬਣਾਇਆ ਨਹੀਂ ਹੋਇਆ, ਠੀਕ ਆ। ਦ ਸਪਰਮ ਹੈਡ ਕੰਟੇਨਸ ਐਨ ਐਲੋਂਗੇਟਡ ਹੈਪਲੋਇਡ ਨਿਊਕਲੀਅਸ। ਸਪਰਮ ਦਾ ਹੈੱਡ ਹੁੰਦਾ ਜਿਹੜਾ, ਉਹਦੇ ਕੋਲ ਕੀ ਹੁੰਦਾ, ਇੱਕ ਐਲੋਂਗੇਟਡ ਲੰਬਾ ਸਾਰਾ ਹੈਪਲੋਇਡ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਗਾ। The anterior portion of which is covered by a cap-like structure acrosome, ਜਿਹਦਾ anterior portion, ਜਿਹਦੀ ਟਿਪ ਜਿਹੜੀ ਆ ਇੱਕ cap-like structure acrosome ਦੇ ਨਾਲ ਕਵਰਡ ਹੁੰਦੀ ਆ, ਇਹਦੀ ਟਿਪ ਹੈਡ ਦੀ। ਓਕੇ,
The acrosome is filled with enzymes that help in fertilization of the ovum. ਤੇ acrosome ਦੇ ਵਿੱਚ ਕੀ ਹੁੰਦੇ ਨੇ enzymes present ਹੁੰਦੇ ਨੇ ਤੇ ਇਹ enzyme ਜਿਹੜੇ ਆ ovum ਦੀ fertilization ਦੇ ਵਿੱਚ help ਕਰਦੇ ਨੇ the middle piece fertilization ਦੇ ਵਿੱਚ ਕਿਤੇ help ਕਰਨਗੇ ਕਿਉਂਕਿ ਉਹ membranes ਨੂੰ ਜਿਹੜੇ ਵੀ membranes ਹੋਣਗੇ ovum ਦੇ ਉਹਨਾਂ ਨੂੰ ਕੀ ਕਰਨਗੇ rupture ਕਰਨਗੇ the middle piece possess numerous mitochondria numerous ਮਤਲਬ ਕੁਝ ਗਿਣੇ ਚੁਣੇ ਮਤਲਬ ਜਿਹਨੂੰ ਆਪਾਂ ਗਿਣ ਸਕੀਏ ਠੀਕ ਆ 25 ਹੀ ਹੁੰਦੇ ਆ ਮੈਂ ਤੁਹਾਨੂੰ ਨੰਬਰ ਵੀ ਦੱਸ ਦਿੰਦੀ ਆ ਠੀਕ ਆ ਜਿਹੜਾ ਮਿਡਲ ਪੀਸ ਹੁੰਦਾ ਸਪਰਮ ਦਾ ਉਹਦੇ ਕੋਲ ਨਿਊਮੈਰਸ ਮਾਈਟੋਕੌਂਡਰੀਆ ਪ੍ਰੈਜ਼ੈਂਟ ਹੁੰਦੇ ਆ which produce energy for the movement of tail that facilitates sperm motility essential for fertilization ਤੇ ਜਿਹੜੇ ਮਾਈਟੋਕੌਂਡਰੀਆ ਨੇ ਉਹ ਕੀ ਆ ਟੇਲ ਦੀ ਮੂਵਮੈਂਟ ਦੇ ਲਈ ਟੇਲ ਨੂੰ ਮੂਵ ਕਰਾਉਣ ਦੇ ਲਈ એનર્ਜੀ ਪ੍ਰੋਡਿਊਸ ਕਰਦੇ ਨੇ ਤਾਂ ਕਰਕੇ ਜਿਹੜਾ ਸਪਰਮ ਆ ਉਹ ਕੀ ਆ ਮੂਵ ਕਰ ਸਕੇ ਫਰਟੀਲਾਈਜੇਸ਼ਨ ਕਰਾਉਣ ਦੇ ਲਈ The human male ejaculates about 200 to 300 million sperms during a coitus, of which for normal fertility, at least 60% sperms must have normal shape and size, and at least 40% of them must show the vigorous motility. ਸੋ ਜਦੋਂ ਹਿਊਮਨ ਮੇਲ ਜਦੋਂ ਇਨਸੈਮੀਨੇਸ਼ਨ ਹੁੰਦੀ ਆ ਹੈ ਨਾ ਤਾਂ ਹਿਊਮਨ ਮੇਲ ਜਿਹੜਾ ਹੈਗਾ 200 to 300 ਮਿਲੀਅਨ ਸਪਰਮਸ ਇਜੈਕੂਲੇਟ ਕਰਦਾ ਠੀਕ ਆ ਇੱਕ ਵਾਰੀ ਦੇ ਵਿੱਚ 200 ਤੋਂ 300 ਮਿਲੀਅਨ ਸਪਰਮ ਇਜੈਕੂਲੇਟ ਹੁੰਦੇ ਆ ਜਦ ਕਿ ਉਹਨਾਂ ਦੇ ਵਿੱਚੋਂ ਸਿਰਫ ਇੱਕੋ ਹੀ ਸਪਰਮ ਨੇ ਫਰਟੀਲਾਈਜੇਸ਼ਨ ਕਰਾਉਣੀ ਹੁੰਦੀ ਆ ਠੀਕ ਆ ਇੱਕ ਓਵਮ ਦੇ ਪਿੱਛੇ ਕਿੰਨੇ ਸਪਰਮ ਲੱਗੇ ਹੋਏ ਆ ਤੇ ਇੱਕ ਕੁਆਟਸ ਵੇਲੇ ਠੀਕ ਆ ਨਾਰਮਲ ਫਰਟੀਲਿਟੀ ਦੇ ਲਈ ਨਾਰਮਲ ਪ੍ਰੈਗਨੈਂਸੀ ਕਰਨ ਦੇ ਲਈ ਐਟਲੀਸਟ ਉਹਨਾਂ ਦੇ ਵਿੱਚੋਂ 60% ਸਪਰਮ ਜਿਹੜੇ ਆ ਉਹਨਾਂ ਦੇ ਕੋਲ ਨਾਰਮਲ ਸ਼ੇਪ ਤੇ ਸਾਈਜ਼ ਹੋਣੀ ਜ਼ਰੂਰੀ ਆ ਠੀਕ ਆ ਨਾਰਮਲ ਸ਼ੇਪ ਤੇ ਸਾਈਜ਼ ਹੋਣੀ ਚਾਹੀਦੀ ਆ ਉਹਨਾਂ 200 to 300 ਮਿਲੀਅਨ ਸਪਰਮਸ ਦੇ ਵਿੱਚੋਂ ਠੀਕ ਆ ਦੈਟ ਮੀਨਸ ਜੇ ਆਪਾਂ ਕਹੀਏ ਕਿ ਇੱਕ ਇਜੈਕੂਲੇਸ਼ਨ ਦੇ ਵਿੱਚ 200 ਮਿਲੀਅਨ ਸਪਰਮਸ ਇਜੈਕੂਲੇਟ ਹੋ ਰਹੇ ਆ ਠੀਕ ਆ ਤਾਂ ਅਪਰੋਕਸੀਮੇਟਲੀ 1.2 into 10 raised to the power 8 ਸਪਰਮਸ ਜਿਹੜੇ ਆ ਉਹਨਾਂ ਦੇ ਕੋਲ ਕੀ ਹੋਣੀ ਚਾਹੀਦੀ ਆ ਨਾਰਮਲ ਸ਼ੇਪ ਐਂਡ ਸਾਈਜ਼ ਹੋਣੀ ਚਾਹੀਦੀ ਆ ਠੀਕ ਆ ਔਰ ਇਨ ਸ਼ੋਰਟ ਆਈ ਕੈਨ ਸੇ ਕਿ ਉਹਨਾਂ ਦੇ ਵਿੱਚੋਂ 120 ਮਿਲੀਅਨ ਸਪਰਮਸ ਦੇ ਕੋਲ ਨਾਰਮਲ ਸ਼ੇਪ ਐਂਡ ਸਾਈਜ਼ ਹੋਣੀ ਚਾਹੀਦੀ ਹੈ ਤੇ 40% ਆਫ ਦ ਸਪਰਮਸ ਸ਼ੁੱਡ ਸ਼ੋ ਵਿਗਰਸ ਮੋਟਿਲਿਟੀ 40% ਆਫ them ਠੀਕ ਹੈ ਮੈਨੀ ਕਾਫੀ ਸਾਰੇ ਲੱਗਦਾ ਠੀਕ ਹੈ ਕਿ 60% ਚੋਂ 40% ਨੋ ਟੋਟਲ ਦੇ ਵਿੱਚੋਂ ਠੀਕ ਹੈ ਟੋਟਲ ਦੇ ਵਿੱਚੋਂ 40% ਜਿਹੜੇ ਆ ਉਹ ਕੀ ਆ ਵਿਗਰਸ ਮੋਟਿਲਿਟੀ ਸ਼ੋ ਕਰਦੇ ਹੋਣੀ ਚਾਹੀਦੀ ਆ 60% ਦੇ ਕੋਲ ਤਾਂ ਨਾਰਮਲ ਸ਼ੇਪ ਐਂਡ ਸਾਈਜ਼ ਹੋਣੀ ਚਾਹੀਦੀ ਆ ਤੇ 200 to 300 ਮਿਲੀਅਨ ਦੇ ਵਿੱਚੋਂ 40% ਜਿਹੜੇ ਆ ਉਹ ਕੀ ਆ ਵਿਗਰਸ ਮੋਟਿਲਿਟੀ ਉਹਨਾਂ ਦੇ ਦੁਆਰਾ ਸ਼ੋ ਕਰਨੀ ਜ਼ਰੂਰੀ ਆ ਓਕੇ ਦੈਟ ਮੀਨਸ ਕਿ ਜੇ ਆ 200 ਮਿਲੀਅਨ ਸਪਰਮਸ ਜਿਹੜੇ ਇਜੈਕੂਲੇਟ ਹੋ ਰਹੇ ਆ ਤਾਂ ਉਹਨਾਂ ਦੇ ਵਿੱਚੋਂ 80 ਮਿਲੀਅਨ ਸਪਰਮਸ ਜਿਹੜੇ ਆ ਉਹ ਵਿਗਰਸ ਮੋਟਿਲਿਟੀ ਸ਼ੋ ਕਰਦੇ ਹੋਣੇ ਚਾਹੀਦੇ ਨੇ ਠੀਕ ਆ ਸਪਰਮਸ ਰਿਲੀਜ਼ਡ ਫਰੋਮ ਦ ਸੈਮੀਨੀਫੈਰਸ ਟਿਊਬਿਊਲਸ ਆਰ ਟਰਾਂਸਪੋਰਟਡ ਬਾਈ ਦ ਐਕਸੈਸਰੀ ਡਕਟਸ ਠੀਕ ਆ ਜਿਹੜੇ ਸਪਰਮਸ ਸੈਮੀਨੀਫੈਰਸ ਟਿਊਬਿਊਲਸ ਦੇ ਦੁਆਰਾ ਰਿਲੀਜ਼ ਹੁੰਦੇ ਆ ਉਹਨਾਂ ਨੂੰ ਕੀ ਆ ਐਕਸੈਸਰੀ ਡਕਟਸ ਦੇ ਦੁਆਰਾ ਟਰਾਂਸਪੋਰਟ ਕੀਤਾ ਜਾਂਦਾ ਐਕਸੈਸਰੀ ਡਕਟਸ ਕਿਹੜੇ ਸੀ ਪੜ੍ਹਿਆ ਸੀ ਨਾ ਆਪਣੇ ਰੈਟੀਟੈਸਟਸ ਵਾਸ ਡਿਫਰੈਂਸ਼ੀਆ ਐਪੀਡੀਡਾਈਮਿਸ ਵਾਸ ਡਿਫਰੈਂਸ ਠੀਕ ਹੈ ਸਿਕ੍ਰੀਸ਼ਨ ਆਫ ਐਪੀਡੀਡਾਈਮਿਸ ਵਾਸ ਡਿਫਰੈਂਸ ਸੈਮੀਨਲ ਵੈਸਿਕਲ ਜਿਹੜੀਆਂ ਆਪਾਂ ਨੇ ਪੜ੍ਹਿਆ ਸੀ ਕਿ ਜਿਹੜੀਆਂ ਐਕਸੈਸਰੀ ਡਕਟਸ ਨੇ ਉਹਨਾਂ ਦਾ ਕੰਮ ਕੀ ਆ ਸਟੋਰੇਜ ਦਾ ਠੀਕ ਆ ਟਰਾਂਸਪੋਰਟ ਦਾ ਤੇ ਮੈਚੂਰੇਸ਼ਨ ਦਾ ਵੀ ਆ ਮਤਲਬ ਉਹ ਕੁਝ ਸਿਕ੍ਰੀਸ਼ਨਸ ਵੀ ਐਡ ਕਰਦੇ ਨੇ ਠੀਕ ਆ ਐਪੀਡੀਡਾਈਮਿਸ ਵਾਸ ਡਿਫਰੈਂਸ ਤੇ ਸੈਮੀਨਲ ਵੈਸਿਕਲ ਤੇ ਪ੍ਰੋਸਟੇਟ ਦੀਆਂ ਜਿਹੜੀਆਂ ਸਿਕ੍ਰੀਸ਼ਨਸ ਨੇ ਉਹ ਕੀ ਹੈ ਐਸੈਂਸ਼ੀਅਲ ਨੇ ਸਪਰਮਸ ਦੀ ਮੈਚੂਰੇਸ਼ਨ ਤੇ ਮੋਟਿਲਿਟੀ ਦੇ ਲਈ ਠੀਕ ਹੈ ਗਲੈਂਡਸ ਸਿਕ੍ਰੀਟ ਕਰਦੀਆਂ ਹੀ ਨੇ ਸੈਮੀਨਲ ਵੈਸਿਕਲ ਪ੍ਰੋਸਟੇਟ ਤੇ ਗਲੈਂਡਸ ਸਿਕ੍ਰੀਟ ਕਰਦੀਆਂ ਨੇ ਬਟ ਜਿਹੜੇ ਡਕਟਸ ਨੇ ਉਹ ਵੀ ਸਿਕ੍ਰੀਟ ਕਰਦੀਆਂ ਨੇ ਠੀਕ ਹੈ ਐਪੀਡੀਡਾਈਮਿਸ ਐਂਡ ਵਾਸ ਡਿਫਰੈਂਸ ਇੱਥੇ ਲਿਖਿਆ ਵੀ ਹੋਏਗਾ ਠੀਕ ਹੈ The seminal plasma along with the sperms constitute the semen. Semen ਦੇ ਵਿੱਚ ਕਿੰਨਾ 90% seminal plasma ਹੁੰਦਾ ਤੇ 10% ਜਿਹੜੇ sperms present ਹੁੰਦੇ ਨੇ ਠੀਕ ਆ ਤਾਂ seminal plasma along with the semen ਉਹ ਕੀ ਬਣਾਉਂਦੇ ਨੇ ਉਹ
sorry, seminal plasma along with the sperm so ਕੀ ਬਣਾਉਂਦੇ ਆ semen ਬਣਾਉਂਦੇ ਆ the functions of the male sex accessory ducts and glands are maintained by the testicular hormones ਠੀਕ ਆ ਮੇਲ ਸੈਕਸ ਐਕਸੈਸਰੀ ਡਕਟਸ ਤੇ ਗਲੈਂਡਸ ਦੇ ਫੰਕਸ਼ਨ ਨੂੰ ਕੌਣ ਮੇਨਟੇਨ ਕਰਕੇ ਰੱਖਦਾ ਟੈਸਟੀਕੂਲਰ ਹਾਰਮੋਨਸ ਮੀਨਸ ਐਂਡਰੋਜਨਸ ਉਹਨਾਂ ਦੇ ਹਾਰਮੋਨਸ ਨੂੰ ਮੇਨਟੇਨ ਕਰਕੇ ਉਹਨਾਂ ਦੇ ਫੰਕਸ਼ਨਸ ਨੂੰ ਮੇਨਟੇਨ ਕਰਕੇ ਰੱਖਦੇ ਨੇ ਐਂਡਰੋਜਨਸ ਦੇ ਦੋ ਕੰਮ ਪੜ੍ਹ ਲਏ ਇੱਕ ਤਾਂ ਸਪਰਮੈਟੋਜੈਨੇਸਿਸ ਹੋ ਗਿਆ ਠੀਕ ਹੈ ਤੇ ਦੂਜਾ ਕੀ ਹੈ ਮੇਲ ਸੈਕਸ ਐਕਸੈਸਰੀ ਡਕਟਸ ਤੇ ਗਲੈਂਡਸ ਦੇ ਫੰਕਸ਼ਨ ਨੂੰ ਮੇਨਟੇਨ ਕਰਕੇ ਰੱਖਣਾ the process of formation of a mature female gamete is called oogenesis ਠੀਕ ਆ the process by which a mature female gamete is formed is called as oogenesis which is markedly different from the spermatogenesis ਤੇ spermatogenesis ਤੋਂ ਕਾਫੀ ਜ਼ਿਆਦਾ ਅਲੱਗ ਹੁੰਦੀ ਹੈ oogenesis is initiated during the embryonic development stage when a couple of million gamete mother cells oogonia are formed within each fetal ovary no more oogonia are formed and added after birth ਠੀਕ ਆ oogenesis ਜਿਹੜੀ ਆ ਉਹ ਐਮਬ੍ਰਿਓਨਿਕ ਡਿਵੈਲਪਮੈਂਟ ਵੇਲੇ ਹੀ ਸ਼ੁਰੂ ਹੋ ਜਾਂਦੀ ਆ ਉਦੋਂ ਕੀ ਆ 2 ਮਿਲੀਅਨ ਊਗੋਨੀਆ ਇੱਕ ਓਵਰੀ ਦੇ ਵਿੱਚ ਉਦੋਂ ਹੀ ਬਣ ਜਾਂਦੇ ਆ ਐਮਬ੍ਰਿਓਨਿਕ ਡਿਵੈਲਪਮੈਂਟ ਵੇਲੇ 2 ਮਿਲੀਅਨ ਊਗੋਨੀਆ ਇੱਕ ਓਵਰੀ ਦੇ ਵਿੱਚ ਬਣਦੇ ਆ ਠੀਕ ਆ ਤੇ ਉਸ ਤੋਂ ਬਾਅਦ ਕੋਈ ਹੋਰ ਊਗੋਨੀਆ ਨਹੀਂ ਬਣਦਾ ਠੀਕ ਆ ਕੋਈ ਹੋਰ ਊਗੋਨੀਆ ਨਹੀਂ ਬਣਦਾ ਕੋਈ ਹੋਰ ਊਗੋਨੀਆ ਐਡ ਨਹੀਂ ਹੁੰਦਾ ਬਰਥ ਤੋਂ ਬਾਅਦ ਠੀਕ ਹੈ ਤੇ ਇਹ ਕੀ ਆ ਐਮਬ੍ਰਿਓਨਿਕ ਡਿਵੈਲਪਮੈਂਟ ਵੇਲੇ ਹੀ ਕੀ ਆ ਸਟਾਰਟ ਕਰ ਦਿੰਦੇ ਨੇ ਡਿਵੀਜ਼ਨ ਨੂੰ ਤੇ ਐਂਟਰ ਕਰ ਜਾਂਦੇ ਨੇ ਪ੍ਰੋਫੇਸ 1 ਦੇ ਵਿੱਚ ਠੀਕ ਹੈ ਪ੍ਰੋਫੇਸ 1 ਆਫ ਦ ਮਿਓਟਿਕ ਡਿਵੀਜ਼ਨ ਐਂਡ ਗੈਟ ਟੈਂਪਰੇਰੀਲੀ ਅਰੈਸਟਡ ਐਟ ਦੈਟ ਸਟੇਜ ਕਾਲਡ ਦ ਪ੍ਰਾਇਮਰੀ oocyte ਠੀਕ ਆ ਸੋ ਊਗੋਨੀਆ ਜੋ ਹੈ ਉਹ ਕੀ ਹੈ ਮਿਓਸਿਸ 1 ਸਟਾਰਟ ਕਰਦਾ ਠੀਕ ਹੈ ਮਿਓਸਿਸ 1 ਸਟਾਰਟ ਕਰਦਾ ਬਟ ਉਹ ਕੀ ਹੈ ਇੱਕ ਸਟੇਜ ਦੇ ਪ੍ਰੋਫੇਸ 1 ਦੇ ਵਿੱਚ ਮਿਓਸਿਸ 1 ਦੀ ਪ੍ਰੋਫੇਸ 1 ਦੇ ਵਿੱਚ ਹੀ ਅਰੈਸਟ ਹੋ ਜਾਂਦਾ ਤੇ ਜਿਹੜਾ ਊਗੋਨੀਆ ਮਿਓਸਿਸ 1 ਦੀ ਪ੍ਰੋਫੇਸ 1 ਸਟੇਜ ਦੇ ਵਿੱਚ ਅਰੈਸਟ ਹੋ ਜਾਂਦਾ ਉਸ ਊਗੋਨੀਆ ਨੂੰ ਆਪਾਂ ਕਹਿੰਦੇ ਆਂਗੇ ਪ੍ਰਾਇਮਰੀ oocyte ਠੀਕ ਆ ਸਾਰੇ ਊਗੋਨੀਆ ਪਹਿਲੀ ਗੱਲ ਤਾਂ ਮਿਓਸਿਸ 1 ਕਰਨਗੇ ਨਹੀਂ ਠੀਕ ਆ ਜਿੱਦਾਂ ਕਿ ਸਾਰੇ ਸਪਰਮੈਟੋਗੋਨੀਆ ਜਿਹੜੇ ਉਹ ਪ੍ਰਾਇਮਰੀ ਸਪਰਮੈਟੋਸਾਈਟ ਦੇ ਵਿੱਚ ਨਹੀਂ ਡਿਫਰੈਂਸ਼ੀਏਟ ਹੁੰਦੇ ਲਾਈਕ ਉੱਦਾਂ ਹੀ ਸਾਰੇ ਊਗੋਨੀਆ ਜਿਹੜੇ ਆ ਮਿਓਸਿਸ 1 ਨਹੀਂ ਕਰਨਗੇ ਠੀਕ ਹੈ ਮਿਓਸਿਸ 1 ਕਰਕੇ ਪ੍ਰੋਫੇਸ 1 ਸਟੇਜ ਦੇ ਵਿੱਚ ਨਹੀਂ ਅਰੈਸਟ ਹੋਣਗੇ ਤੇ ਜਿਹੜੇ ਸੈਲਸ ਜਿਹੜੇ ਆ ਡਿਵੀਜ਼ਨ ਸਟਾਰਟ ਕਰਨਗੇ ਪ੍ਰੋਫੇਸ 1 ਦੇ ਵਿੱਚ ਕੀ ਕਰ ਜਾਣਗੇ ਐਂਟਰ ਕਰ ਜਾਣਗੇ ਤੇ ਉੱਥੇ ਟੈਂਪਰੇਰੀਲੀ ਅਰੈਸਟ ਕਰ ਜਾਣਗੇ ਉਹਨਾਂ ਨੂੰ ਆਪਾਂ ਪ੍ਰਾਇਮਰੀ oocytes ਕਹਾਂਗੇ ਸੋ ਇੱਥੇ ਜਾ ਕੇ ਉਹ ਕੀ ਆ ਟੈਂਪਰੇਰੀਲੀ ਅਰੈਸਟ ਹੋ ਜਾਂਦੇ ਟੈਂਪਰੇਰੀਲੀ ਅਰੈਸਟ ਕਿਉਂ ਲਿਖਿਆ ਹੋਇਆ ਕਿਉਂਕਿ ਇਹ ਪਿਊਬਰਟੀ ਤੱਕ ਇਸ ਸਟੇਜ ਦੇ ਉੱਪਰ ਅਰੈਸਟ ਰਹਿੰਦਾ ਪਿਊਬਰਟੀ ਤੋਂ ਬਾਅਦ ਹੀ ਅੱਗੇ ਜਿਹੜੀ ਡਿਵੀਜ਼ਨ ਹੈ ਉਹ ਸਟਾਰਟ ਹੋ ਜਾਂਦੀ ਹੈ ਠੀਕ ਆ Each primary oocyte then gets surrounded by a layer of granulosa cells and is called as the primary follicle ਠੀਕ ਆ ਇੱਕ ਪ੍ਰਾਇਮਰੀ oocyte ਸੀਗਾ ਇਹਨੂੰ ਕੀ ਆ ਇੱਕ ਲੇਅਰ ਜਿਹੜੀ ਹੈ granulosa cells ਦੀ ਉਹ ਸਰਾਊਂਡ ਕਰ ਲੈਂਦੀ ਆ ਤੇ ਇਹ ਜਿਹੜਾ ਸਟਰਕਚਰ ਬਣ ਗਿਆ ਉਹਨੂੰ ਆਪਾਂ ਕਹਿੰਦੇ ਹਾਂ ਕਿ ਪ੍ਰਾਇਮਰੀ ਫੋਲੀਕਲ ਠੀਕ ਆ A large number of these follicles degenerate during the phase from the birth to puberty ਠੀਕ ਹੈ ਕਾਫੀ ਸਾਰੇ ਊਗੋਨੀਆ ਬਹੁਤ ਸਾਰੇ ਊਗੋਨੀਆ ਜਿਹੜੇ ਪ੍ਰਾਇਮਰੀ oocyte ਬਣ ਗਏ ਫਿਰ ਉਹ ਪ੍ਰਾਇਮਰੀ ਫੋਲੀਕਲ ਵੀ ਬਹੁਤ ਸਾਰੇ ਊਗੋਨੀਆ ਬਣ ਗਏ ਤੇ ਬਟ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨਾ ਪਿਊਬਰਟੀ ਤੱਕ ਜਿਹੜੇ ਆ ਡੀਜਨਰੇਟ ਹੋ ਜਾਂਦੇ ਆ ਰਹਿੰਦੇ ਹੀ ਨਹੀਂ ਹੈ ਕਿ ਉੱਥੇ ਤੱਕ ਪਹਿਲਾਂ ਹੀ ਮਰ ਜਾਂਦੇ ਆ ਪਿਊਬਰਟੀ ਆਉਣ ਤੋਂ ਪਹਿਲਾਂ ਹੀ ਤੇ ਇਸ ਨੂੰ ਆਪਾਂ ਕਹਿੰਦੇ ਫੋਲੀਕੂਲਰ ਏਟ੍ਰੇਸੀਆ I should rewrite it क्योंकि इतने तक लिखा भी नहीं होया ना फिर तुहानू समझ नहीं आना फॉलिक्यूलर एट्रेसिया मतलब एक या डीजनरेशन ऑफ द प्राइमरी फॉलिकल्स बेसिकली फॉलिकुलर एट्रेसिया की है ऐदा नहीं है कि प्यूबर्टी तक चले उसके बाद बंद हो जाऊगा एक यार थ्रू आउट द लाइफ जो फॉलिकुलर एट्रेसिया चलता मीनोपॉज तक ही फॉलिकुलर एट्रेसिया जो है वो चलता ही रहता है ठीक है ਹਰੇਕ ਪ੍ਰਾਇਮਰੀ oocyte ਜਿਹੜਾ ਹੈਗਾ ਉਹ ਗ੍ਰੈਨੂਲੋਸਾ ਸੈਲਸ ਦੀ ਲੇਅਰਸ ਦੇ ਨਾਲ ਸਰਾਊਂਡ ਹੋ ਜਾਂਦਾ ਇੱਕ ਲੇਅਰ ਨਾਲ ਸਰਾਊਂਡ ਹੋ ਜਾਂਦਾ ਤੇ ਪ੍ਰਾਇਮਰੀ ਫੋਲੀਕਲ ਬਣਾ ਲੈਂਦਾ ਹੈਗਾ ਠੀਕ ਹੈ ਤੇ ਕਾਫੀ ਸਾਰੇ ਜਿਹੜੇ ਪ੍ਰਾਇਮਰੀ ਫੋਲੀਕਲ ਨੇ ਉਹ ਕੀ ਆ ਡੀਜਨਰੇਟ ਕਰਦੇ ਨੇ ਡਿਊਰਿੰਗ ਦ ਫੇਜ਼ ਫਰਮ ਬਰਥ ਟੂ ਪਿਊਬਰਟੀ ਮਤਲਬ ਕਿ ਬਰਥ ਦੇ ਵਿੱਚ ਐਮਬ੍ਰਿਓਨਿਕ ਡਿਵੈਲਪਮੈਂਟ ਵੇਲੇ ਆਪਣੇ ਜਿਹੜੇ ਸਾਰੇ ਦੇ ਸਾਰੇ ਆਪਾਂ ਨੂੰ ਕੀ ਮਿਲਣਗੇ ਪ੍ਰਾਇਮਰੀ ਫੋਲੀਕਲਸ ਦੇਖਣ ਨੂੰ ਮਿਲਣਗੇ ਠੀਕ ਆ ਤੇ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਡੀਜਨਰੇਟ ਕਰ ਜਾਣਗੇ ਪਿਊਬਰਟੀ ਤੇ ਆਉਂਦੇ ਤੇ ਇਸ ਕਰਕੇ ਪਿਊਬਰਟੀ ਵੇਲੇ ਸਿਰਫ ਤੇ ਸਿਰਫ 60,000 ਤੋਂ 80,000 ਪ੍ਰਾਇਮਰੀ ਫੋਲੀਕਲ ਹੀ ਬਚਦੇ ਨੇ ਇੱਕ ਓਵਰੀ ਦੇ ਵਿੱਚ ਕਿਤੇ ਕਿਸੇ ਟਾਈਮ 2 ਮਿਲੀਅਨ ਊਗੋਨੀਆ ਸੀਗੇ ਇੱਕ ਓਵਰੀ ਦੇ ਵਿੱਚ ਠੀਕ ਹੈ 2 ਮਿਲੀਅਨ ਊਗੋਨੀਆ ਇੱਕ ਓਵਰੀ ਦੇ ਵਿੱਚ ਠੀਕ ਆ ਜਦੋਂ ਫੀਟਲ ਓਵਰੀ ਦੇ ਵਿੱਚ ਬਣੇ ਸੀਗੇ
ਬਟ ਪਿਊਬਰਟੀ ਆਉਂਦੇ ਆਉਂਦੇ ਸਿਰਫ ਉਹ 60,000 ਤੋਂ 80,000 ਪ੍ਰਾਇਮਰੀ ਫੋਲੀਕਲ ਹੀ ਬਚੀ। ਠੀਕ ਆ। The primary follicle gets surrounded by more layers of granulosa cells and a new theca and are called as the secondary follicle। ਫਿਰ ਜਿਹੜਾ ਪ੍ਰਾਇਮਰੀ ਫੋਲੀਕਲ ਆ ਉਹਨੂੰ ਕੀ ਆ, ਹੋਰ ਵੀ ਗ੍ਰੈਨੂਲੋਸਾ ਸੈਲਸ ਦੀ ਜਿਹੜੀ ਲੇਅਰਸ ਨੇ ਉਹ ਕਵਰ ਕਰ ਲੈਂਦੀਆਂ ਨੇ, ਇੱਕ ਥੀਕਾ ਕਵਰ ਕਰ ਲੈਂਦਾ ਤੇ ਉਹ ਸੈਕੰਡਰੀ ਫੋਲੀਕਲ ਬਣਾ ਲੈਂਦਾ। ਪਹਿਲਾਂ ਆਪਾਂ ਦੇਖ ਲੈਂਦੇ ਹਾਂ, ਥੋੜ੍ਹਾ ਜਿਹਾ ਇਹਨੂੰ ਪੜ੍ਹ ਲੈਂਦੇ ਹਾਂ, ਸਮਝ ਲੈਂਦੇ ਹਾਂ, ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਸੀ, ਊਗੋਨੀਆ ਸੀ। ਠੀਕ ਆ, ਊਗੋਨੀਆ ਸੀ। ਊਗੋਨੀਆ ਨੇ ਮਿਓਸਿਸ 1 ਸਟਾਰਟ ਕਰੀ। ਮਿਓਸਿਸ 1 ਦੇ ਪ੍ਰੋਫੇਸ 1 ਦੇ ਵਿੱਚ ਉਹ ਅਰੈਸਟ ਹੋ ਗਿਆ ਤੇ ਇਸ ਸੈੱਲ ਨੂੰ ਆਪਾਂ ਨੇ ਕਿਹਾ ਪ੍ਰਾਇਮਰੀ ਊਸਾਈਟ ਕਿਹਾ। ਠੀਕ ਹੈ, ਫਿਰ ਪ੍ਰਾਇਮਰੀ ਊਸਾਈਟ ਜਿਹੜਾ ਸੀਗਾ ਉਹ ਕੀ ਆ, ਕੁਝ ਇੱਕ ਲੇਅਰ ਦੇ ਨਾਲ, ਠੀਕ ਹੈ, ਗ੍ਰੈਨੂਲੋਸਾ ਸੈੱਲ ਦੀ ਲੇਅਰ ਦੇ ਨਾਲ ਸਰਾਊਂਡ ਹੋ ਗਿਆ ਤੇ ਇਹਨੂੰ ਆਪਾਂ ਨੇ ਕਿਹਾ ਪ੍ਰਾਇਮਰੀ ਫੋਲੀਕਲ। ਠੀਕ ਆ, ਫਿਰ ਪ੍ਰਾਇਮਰੀ ਫੋਲੀਕਲ ਜਿਹੜਾ ਹੈਗਾ ਇਹ ਇੱਦਾਂ ਹੀ ਰਹਿੰਦਾ ਹੈਗਾ ਅਪ ਟੂ ਦ ਪਿਊਬਰਟੀ। ਠੀਕ ਆ, ਇਹਦੀ ਅੱਗੇ ਕੁਛ ਨਹੀਂ ਹੁੰਦਾ, ਚੀਜ਼ ਨਹੀਂ ਹੁੰਦਾ, ਡੀਜਨਰੇਟ ਹੋ ਸਕਦਾ ਹੈਗਾ। ਠੀਕ ਆ, ਕਾਫੀ ਸਾਰੇ ਡੀਜਨਰੇਟ ਹੋ ਜਾਂਦੇ ਆ, 2 ਮਿਲੀਅਨ ਤੋਂ ਸਿਰਫ 60 ਤੋਂ 80,000 ਰਹਿ ਜਾਂਦੇ ਆ। ਠੀਕ ਆ, ਫਿਰ ਉਹਦੇ ਬਾਅਦ ਪਿਊਬਰਟੀ ਹੋਣ ਤੋਂ ਬਾਅਦ ਕੀ ਆ, ਇਹਨੂੰ ਕੀ ਆ, ਕੁਝ ਹੋਰ ਆਹ ਪ੍ਰਾਇਮਰੀ ਊਸਾਈਟ ਹੀ ਆ, ਅੰਦਰ ਇਹਦੇ ਪ੍ਰਾਇਮਰੀ ਊਸਾਈਟ ਹੀ ਆ। ਠੀਕ ਆ, ਕੁਝ ਹੋਰ ਲੇਅਰਸ ਜਿਹੜੀਆਂ ਨੇ ਗ੍ਰੈਨੂਲੋਸਾ ਸੈਲਸ ਦੀਆਂ ਕੀ ਬਣਾ ਸਰਾਊਂਡ ਕਰ ਲੈਂਦੀਆਂ ਨੇ ਤੇ ਇੱਕ ਇਹਦੇ ਬਾਹਰ ਕੀ ਹੈ, ਥੀਕਾ ਦੀ ਲੇਅਰ ਵੀ ਬਣ ਜਾਂਦੀ ਹੈ। ਠੀਕ ਆ, ਇੱਕ ਨਵਾਂ ਥੀਕਾ ਦੇ ਬਾਹਰ ਕੀ ਆ, ਜਨਰੇਟ ਹੋ ਜਾਂਦਾ ਤੇ ਇਸ ਸਟੇਜ ਦੇ ਉੱਪਰ ਆਪਾਂ ਫੋਲੀਕਲ ਨੂੰ ਸੈਕੰਡਰੀ ਫੋਲੀਕਲ ਕਹਿੰਦੇ ਆ। ਠੀਕ ਆ, ਸੈਕੰਡਰੀ ਫੋਲੀਕਲ ਦੇ ਅੰਦਰ ਕੀ ਹੋਊਗਾ, ਪ੍ਰਾਇਮਰੀ ਓਸਾਈਟ ਹੋਊਗਾ। ਠੀਕ ਹੈ, ਓਸਾਈਟ ਪ੍ਰਾਇਮਰੀ ਹੋਆ ਬਟ ਫੋਲੀਕਲ ਜਿਹੜਾ ਉਹ ਸੈਕੰਡਰੀ ਹੋ ਗਿਆ। ਬਟ ਉਹਦੇ ਬਾਅਦ ਫਿਰ ਕੀ ਹੁੰਦਾ ਗਾ, ਇਹਦੇ ਵਿੱਚ ਜਿਹੜਾ ਹੈਗਾ, ਜਿਹੜਾ ਪ੍ਰਾਇਮਰੀ ਓਸਾਈਟ ਆ ਉਹ ਫਸਟ ਮਿਓਟਿਕ ਡਿਵੀਜ਼ਨ ਪੂਰੀ ਕਰ ਲੈਂਦਾ। ਇਸ ਤੱਕ ਤਾਂ ਪ੍ਰੋਫੇਸ 1 ਦੇ ਵਿੱਚ ਹੀ ਉਹ ਅਰੈਸਟਡ ਸੀਗਾ, ਬਟ ਜਦੋਂ ਉਹਨੇ ਫਸਟ ਮਿਓਟਿਕ ਡਿਵੀਜ਼ਨ ਪੂਰੀ ਕਰ ਲਈ ਤਾਂ ਅੱਗੇ ਇੱਕ ਤਾਂ ਪੋਲਰ ਬੋਡੀ ਬਣੂਗੀ। ਬਹੁਤ ਛੋਟਾ ਸਟਰਕਚਰ ਹੁੰਦਾ, ਉਦੋਂ ਕੋਈ ਕੰਮ ਨਹੀਂ ਹੁੰਦਾ ਐਂਡ ਜੇ ਕੋਈ ਫੰਕਸ਼ਨ ਵੀ ਹੈਗਾ ਵੀ ਆਰ ਨੋਟ ਨੋਟ ਟੂ ਇਟ ਅਪ ਟੂ ਨਾਓ। ਠੀਕ ਆ, ਆਪਾਂ ਨੂੰ ਉਹਦੇ ਪੋਲਰ ਬੋਡੀ ਦਾ ਕੋਈ ਫੰਕਸ਼ਨ ਨਹੀਂ ਪਤਾ ਹੈਗਾ। ਇੱਕ ਬਹੁਤ ਹੀ ਛੋਟਾ ਜਿਹਾ ਪੋਲਰ ਬੋਡੀ ਬਣਦਾ ਤੇ ਦੂਜਾ ਵੱਡਾ ਸੈੱਲ ਬਣਦਾ ਗਾ। ਠੀਕ ਆ, ਬੇਸਿਕਲੀ ਇਹ ਤਾਂ ਵੀ ਆ ਵੀ ਜਿਹੜਾ ਆਪਾਂ ਜ਼ਿਆਦਾ ਉਹ 'ਤੇ ਨਹੀਂ ਫੋਕਸ ਕਰਨਾ, ਨੰਬਰ ਜ਼ਿਆਦਾ ਬਣਾਉਣ 'ਤੇ ਫੋਕਸ ਨਹੀਂ ਕਰਨਾ। ਆਪਾਂ ਨੇ ਮਤਲਬ ਜਿਹੜਾ ਇੱਕੋ ਹੀ ਹੈ ਨਾ, ਉਹਦੇ ਕੋਲ ਜ਼ਿਆਦਾ ਮਟੀਰੀਅਲ ਹੋਵੇ, ਆਪਾਂ ਇਸ ਚੀਜ਼ 'ਤੇ ਫੋਕਸ ਕਰ ਰਹੇ ਹਾਂ ਹੈ ਨਾ। ਉਹਦੇ ਕੋਲ ਜ਼ਿਆਦਾ ਮਾਈਟੋਕੌਂਡਰੀਆ, ਜ਼ਿਆਦਾ ਸਾਈਟੋਪਲਾਜ਼ਮ ਵਗੈਰਾ ਹੋਣ, ਕਿਉਂਕਿ ਉਹ ਅੱਗੇ ਬਹੁਤ ਹੀ ਵੱਡਾ ਕੰਪਲੈਕਸ ਸਟਰਕਚਰ ਬਣਨਾ ਨਾ, ਤਾਂ ਉਹ ਚੀਜ਼ ਵੱਡੀ ਹੋਣੀ ਚਾਹੀਦੀ ਹੈ ਪਹਿਲਾਂ ਤੋਂ ਹੀ ਥੋੜ੍ਹੀ ਬਹੁਤ। ਠੀਕ ਆ, ਤੇ ਹੁਣ ਇੱਥੇ ਹੋ ਗਈ ਮਿਓਸਿਸ 1। ਮਿਓਸਿਸ 1 ਹੋ ਗਈ ਤੇ ਬਣ ਗਿਆ ਆਪਣੇ ਕੋਲ ਸੈਕੰਡਰੀ ਓਸਾਈਟ। ਸੈਕੰਡਰੀ ਓਸਾਈਟ ਬਣ ਗਿਆ ਤੇ ਆਹ ਕੁਝ ਹਜੇ ਵੀ ਆਪਣੇ ਕੋਲ ਕੀ ਨੇ, ਗ੍ਰੈਨੂਲੋਸਾ ਸੈਲਸ ਦੀਆਂ ਲੇਅਰ ਹੈਗੀਆਂ ਨੇ। ਠੀਕ ਆ, ਪਰ ਬਿਫੋਰ ਗ੍ਰੈਨੂਲੋਸਾ ਸੈਲ ਦੀ ਲੇਅਰ ਤੋਂ ਆਪਾਂ ਪਹਿਲਾਂ ਦੇਖਦੇ ਹਾਂ ਇੱਕ ਸੈਕੰਡਰੀ ਓਸਾਈਟ ਆ, ਇੱਕ ਇੱਥੇ ਫਲੂਇਡ ਫਿਲਡ ਕੈਵਿਟੀ ਡਿਵੈਲਪ ਹੋ ਜਾਂਦੀ ਆ। ਸੈਕੰਡਰੀ ਓਸਾਈਟ ਦੇ ਕੋਲੇ ਫਲੂਇਡ ਫਿਲਡ ਕੈਵਿਟੀ ਮਤਲਬ ਕਿ ਕੈਵਿਟੀ ਆ ਜਿਹਦੇ ਅੰਦਰ ਫਲੂਇਡ ਭਰਿਆ ਹੋਇਆ ਹੈਗਾ ਤੇ ਉਸ ਕੈਵਿਟੀ ਨੂੰ ਆਪਾਂ ਕਹਿੰਦੇ ਆ ਐਂਟਰਮ। ਠੀਕ ਆ, ਐਂਟਰਮ ਯਾਦ ਰੱਖਣਾ, ANTRUM ਲਿਖਣ ਦੀ ਥਾਂ ਨਹੀਂ ਹੈਗੀ। ਫਿਰ ਨਾਲ ਕੀ ਆ, ਇਹਨੂੰ ਕੀ ਆ, ਗ੍ਰੈਨੂਲੋਸਾ ਸੈਲਸ ਜਿਹੜੇ ਆ ਉਹ ਹਜੇ ਵੀ ਕੀ ਕਰ ਰਹੇ ਨੇ, ਕਵਰ ਕਰ ਰਹੇ ਨੇ, ਸਰਾਊਂਡ ਕਰ ਰਹੇ ਨੇ। ਤੇ ਹੁਣ ਜਿਹੜਾ ਥੀਕਾ ਹੈਗਾ ਉਹ ਡਿਫਰੈਂਸ਼ੀਏਟ ਹੋ ਗਿਆ ਥੀਕਾ ਇੰਟਰਨਾ ਤੇ ਥੀਕਾ ਐਕਸਟਰਨਾ ਦੇ ਵਿੱਚ। ਠੀਕ ਆ, ਥੀਕਾ ਡਿਫਰੈਂਸ਼ੀਏਟਸ ਇਨਟੂ ਦ 2 ਲੇਅਰਸ, ਥੀਕਾ ਇੱਕ ਅੰਦਰਲੀ, ਇੱਕ ਥੀਕਾ ਬਾਹਰ। ਠੀਕ ਆ, ਥੀਕਾ ਇੰਟਰਨਾ ਤੇ ਥੀਕਾ ਐਕਸਟਰਨਾ। ਤੇ ਇਹ ਸਟੇਜ ਨੂੰ ਆਪਾਂ ਕਹਿੰਦੇ ਆ ਟਰਸ਼ੀਅਰੀ ਫੋਲੀਕਲ। ਮਤਲਬ ਆਪਾਂ ਕਹਿ ਸਕਦੇ ਆ ਕਿ ਆਪਾਂ ਨੂੰ ਪਹਿਲੀ ਵਾਰੀ ਸੈਕੰਡਰੀ ਓਸਾਈਟ ਕਿੱਥੇ ਦੇਖਣ ਨੂੰ ਮਿਲਦਾ, ਟਰਸ਼ੀਅਰੀ ਫੋਲੀਕਲ ਦੇ ਅੰਦਰ ਦੇਖਣ ਨੂੰ ਮਿਲਦਾ ਹੈਗਾ। ਠੀਕ ਆ, ਉਹਦੇ ਬਾਅਦ ਜਿਹੜਾ ਟਰਸ਼ੀਅਰੀ ਫੋਲੀਕਲ ਆ ਹੈ ਨਾ, ਉਹ ਕਨਵਰਟ ਹੋਊਗਾ ਸਭ ਤੋਂ ਮੈਚੋਰ ਫੋਲੀਕਲ ਦੇ ਵਿੱਚ। ਠੀਕ ਆ, ਹੁਣ ਆਪਾਂ ਲਾਸਟ ਸਟੇਜ ਬਣਾ ਰਹੀ ਹਾਂ ਮੈਂ ਫੋਲੀਕਲ ਦੀ, ਤਾਂ ਉਹਨੂੰ ਆਪਾਂ ਕਹਿੰਦੇ ਆ ਗ੍ਰਾਫੀਅਨ ਫੋਲੀਕਲ। ਠੀਕ ਆ, ਲਾਸਟ ਵਾਲੇ ਨੂੰ ਆਪਾਂ ਕਹਿੰਦੇ ਆਂਗੇ ਗ੍ਰਾਫੀਅਨ ਫੋਲੀਕਲ। ਠੀਕ ਆ, ਹੁਣ ਇਹਦੇ ਕੋਲ ਕੀ ਨਵੀਂ ਚੀਜ਼ ਆ ਗਈ, ਬੇਸਿਕਲੀ ਇਹ ਸੇਮ ਹੁੰਦਾ ਸਾਰਾ ਕੁਝ, ਟਰਸ਼ੀਅਰੀ ਫੋਲੀਕਲ ਵਾਂਗੂ ਹੀ ਹੁੰਦਾ ਆ ਕਿ ਆਪਣੇ ਕੋਲ ਸੈਕੰਡਰੀ ਓਸਾਈਟ ਆ, ਆਪਣੇ ਕੋਲ ਐਂਟਰਮ ਆ, ਗ੍ਰੈਨੂਲੋਸਾ ਸੈਲਸ ਨੇ, ਗ੍ਰੈਨੂਲੋਸਾ ਸੈਲਸ ਦੇ ਲੇਅਰ ਨੇ, ਉਹਦੇ ਬਾਅਦ ਫਿਰ ਥੀਕਾ ਐਕਸਟਰਨਾ, ਥੀਕਾ ਇੰਟਰਨਾ, ਥੀਕਾ ਐਕਸਟਰਨਾ ਦੀਆਂ ਲੇਅਰਸ ਸਭ ਕੁਝ ਹੈਗਾ। ਬਟ ਇਹਦੇ ਵਿੱਚ ਕੀ ਹੁੰਦਾ, ਸੈਕੰਡਰੀ ਓਸਾਈਟ ਦੇ ਬਾਹਰ ਇੱਕ ਲੇਅਰ ਪ੍ਰੈਜ਼ੈਂਟ ਡਿਵੈਲਪ ਹੋ ਜਾਂਦੀ ਆ। ਇਹ ਸੈਲੂਲਰ ਲੇਅਰ ਹੈ, ਸੈਲਸ ਦੀ ਨਹੀਂ ਬਣੀ ਹੋਈ, ਤੇ ਇਸ ਲੇਅਰ ਨੂੰ ਆਪਾਂ ਕਹਿੰਦੇ ਆਂਗੇ ਜ਼ੋਨਾ ਪੈਲੂਸੀਡਾ। ਠੀਕ ਆ, ਜ਼ੋਨਾ ਪੈਲੂਸੀਡਾ ਇੱਕ ਨਵੀਂ ਲੇਅਰ ਡਿਵੈਲਪ ਹੋ ਜਾਂਦੀ ਹੈ ਆਊਟਸਾਈਡ ਦ ਸੈਕੰਡਰੀ ਓਸਾਈਟ ਤੇ ਉਸ ਫੋਲੀਕਲ ਨੂੰ ਆਪਾਂ ਕਹਿ ਦਿੰਦੇ ਆਂਗੇ ਗ੍ਰਾਫੀਅਨ ਫੋਲੀਕਲ। ਓਕੇ, ਫਿਰ ਉਸ ਤੋਂ ਬਾਅਦ ਗ੍ਰਾਫੀਅਨ ਫੋਲੀਕਲ ਜਦੋਂ ਓਵੂਲੇਸ਼ਨ ਹੁੰਦੀ ਆ, ਠੀਕ ਆ, ਜਦੋਂ ਐਟ ਦ ਮਿਡ ਆਫ ਦ ਮੈਂਸਟਰੁਅਲ ਸਾਈਕਲ ਬੇਸਿਕਲੀ
ਉਦੋਂ ਗ੍ਰਾਫੀਅਨ ਫੋਲੀਕਲ ਰਪਚਰ ਕਰਦਾ ਤੇ ਸੈਕੰਡਰੀ ਓਸਾਈਟ ਇਹ ਤੋਂ ਬਾਹਰ ਆ ਜਾਂਦਾ ਗਾ। ਠੀਕ ਹੈ, ਤਾਂ ਆਪਾਂ ਕੀ ਕਹਿ ਸਕਦੇ ਹਾਂ, ਮੈਂਸਟਰੁਅਲ ਸਾਈਕਲ ਵੇਲੇ ਜਿਹੜਾ ਤੁਹਾਡਾ ਰਿਲੀਜ਼ ਹੁੰਦਾ ਉਹ ਓਵਮ ਨਹੀਂ ਰਿਲੀਜ਼ ਹੁੰਦਾ, ਤਾਂ ਉਹ ਕੀ ਆ, ਰਿਲੀਜ਼ ਹੁੰਦਾ ਹੈਗਾ ਸੈਕੰਡਰੀ ਓਸਾਈਟ। ਹੁਣ ਸੈਕੰਡਰੀ ਓਸਾਈਟ ਤੇ ਓਵਮ ਦੇ ਵਿੱਚ ਕੀ ਫਰਕ ਆ? ਸੋ ਆਪਾਂ ਉਹਦੇ ਵਿੱਚ ਸਿਰਫ ਓਸਾਈਟ ਦੀ ਗੱਲ ਕਰ ਰਹੇ ਹਾਂ, ਹੁਣ ਫੋਲੀਕਲ ਬਣਾਉਣ ਦੀ ਜਗ੍ਹਾ ਵੀ ਨਹੀਂ ਹੈਗੀ ਆਪਣੇ ਕੋਲ। ਓਗੋਨੀਆ ਸੀ, ਓਗੋਨੀਆ ਤੋਂ ਆਪਣੇ ਕੋਲ ਪ੍ਰਾਇਮਰੀ ਓਸਾਈਟ ਬਣ ਗਿਆ ਜਦੋਂ ਉਹ ਪ੍ਰੋਫੇਸ 1 ਆਫ ਦ ਮਿਓਸਿਸ 1 ਦੇ ਵਿੱਚ ਉਹ ਹੋ ਗਿਆ, ਅਰੈਸਟ ਹੋ ਗਿਆ ਟੈਂਪਰਰੀਲੀ। ਫਿਰ ਉਹਦੇ ਬਾਅਦ ਪਿਊਬਰਟੀ ਹੋਣ ਦੇ ਉੱਪਰ ਜਿਹੜਾ ਪ੍ਰਾਇਮਰੀ ਓਸਾਈਟ ਸੀਗਾ ਉਹਨੇ ਫਸਟ ਮਿਓਟਿਕ ਡਿਵੀਜ਼ਨ ਕੰਪਲੀਟ ਕਰ ਲਈ ਸੀ ਤੇ ਆਪਣੇ ਕੋਲ ਇੱਕ ਸੈਕੰਡਰੀ ਓਸਾਈਟ ਤੇ ਇੱਕ ਪੋਲਰ ਬੋਡੀ ਬਣ ਗਈ ਸੀ। ਸੈਕੰਡਰੀ ਓਸਾਈਟ ਫਸਟ ਟਾਈਮ ਆਪਾਂ ਨੂੰ ਕਿਹੜੇ ਫੋਲੀਕਲ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ? ਟਰਸ਼ਰੀ ਫੋਲੀਕਲ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ। ਫਿਰ ਉਹ ਤੋਂ ਬਾਅਦ ਜਿਹੜਾ ਸੈਕੰਡਰੀ ਓਸਾਈਟ ਆ ਉਹ ਮਿਓਸਿਸ, ਜਿਹੜਾ ਸੈਕੰਡਰੀ ਓਸਾਈਟ ਹੈ ਨਾ, ਪਹਿਲਾਂ ਆਪਾਂ ਇੱਥੇ ਕਰ ਲਿਆ, ਜਿਹੜਾ ਸੈਕੰਡਰੀ ਓਸਾਈਟ ਹੁੰਦਾ ਨਾ ਉਹ ਮੈਟਾਫੇਜ਼ 2 ਦੇ ਵਿੱਚ, ਠੀਕ ਆ, ਮਿਓਸਿਸ 2, ਠੀਕ ਆ, ਮਿਓਟਿਕ ਡਿਵੀਜ਼ਨ ਦੇ ਸੈਕੰਡ ਫੇਜ਼ ਦੇ ਮੈਟਾਫੇਜ਼ 2 ਦੇ ਵਿੱਚ, ਠੀਕ ਹੈ, ਮੈਟਾਫੇਜ਼ ਦੇ ਵਿੱਚ ਅਰੈਸਟਡ ਹੁੰਦਾ ਗਾ। ਠੀਕ ਹੈ, ਜਦੋਂ ਉਹ ਗ੍ਰਾਫੀਅਨ ਫੋਲੀਕਲ ਤੋਂ ਨਿਕਲਦਾ ਤਾਂ ਇਹ ਕੀ ਆ, ਮੈਟਾਫੇਜ਼ ਸਟੇਜ ਦੇ ਵਿੱਚ ਅਰੈਸਟਡ ਹੁੰਦਾ ਗਾ, ਆਪਣੀ ਮਿਓਟਿਕ ਡਿਵੀਜ਼ਨ ਨੇ ਕੰਪਲੀਟ ਨਹੀਂ ਕਰੀ ਹੁੰਦੀ। ਇਹ ਮਿਓਟਿਕ ਡਿਵੀਜ਼ਨ ਉਦੋਂ ਹੀ ਕੰਪਲੀਟ ਕਰਦਾ, ਠੀਕ ਹੈ, ਸੈਕੰਡ ਮਿਓਟਿਕ ਡਿਵੀਜ਼ਨ ਇਹਦੀ ਉਦੋਂ ਹੀ ਪੂਰੀ ਹੁੰਦੀ ਆ ਜਦੋਂ ਇਹਦੀ ਜਿਹੜੀ ਆ ਫਰਟੀਲਾਈਜੇਸ਼ਨ ਹੋ ਜਾਂਦੀ ਹੈ। ਜਦੋਂ ਜਿਹੜਾ ਸਪਰਮ ਦਾ ਜਿਹੜਾ ਨਿਊਕਲੀਅਸ ਆ, ਜਿਹੜਾ ਹੈਡ ਆ, ਉਹ ਇਹਦੇ ਸਾਈਟੋਪਲਾਜ਼ਮ ਦੇ ਵਿੱਚ ਆ ਜਾਊਗਾ ਨਾ, ਜਦੋਂ ਇਹਦੇ ਸਾਈਟੋਪਲਾਜ਼ਮ ਦੇ ਵਿੱਚ ਸਪਰਮ ਦਾ ਜਿਹੜਾ ਨਿਊਕਲੀਅਸ ਆ ਉਹ ਵੜ ਜੂਗਾ, ਤਾਂ ਉਦੋਂ ਇਹ ਸੈਕਿੰਡ ਮਿਓਟਿਕ ਡਿਵੀਜ਼ਨ ਕਰੂਗਾ। ਤਾਂ ਸੈਕਿੰਡ ਮਿਓਟਿਕ ਡਿਵੀਜ਼ਨ ਤੋਂ ਬਾਅਦ ਇੱਕ ਆਪਣੇ ਕੋਲ ਬਣੂਗਾ ਓਵਮ ਤੇ ਦੂਜੀ ਵੀ ਆਪਣੇ ਕੋਲ ਪੋਲਰ ਬੋਡੀ ਹੀ ਬਣੂਗੀ। ਠੀਕ ਆ, ਪੋਲਰ ਬੋਡੀਜ਼ ਦਾ ਬੇਸਿਕਲੀ ਕੋਈ ਕੰਮ ਨਹੀਂ ਹੁੰਦਾ, ਜਾਂ ਆਪਾਂ ਕਹਿ ਸਕਦੇ ਤਾਂ ਇਹੀ ਕੰਮ ਆ ਕਿ ਇੱਕ ਪਾਸੇ ਸਾਈਟੋਪਲਾਜ਼ਮ ਵਿੱਚ ਸਾਰਾ ਕੰਟੈਂਟ ਆ ਉਹ ਜ਼ਿਆਦਾ ਵਗ ਜੇ, ਠੀਕ ਹੈ, ਜ਼ਿਆਦਾ ਚੱਲ ਜੇ, ਜਿਹਦੇ ਨਾਲ ਜਿਹੜੀ ਆ ਡਿਵੈਲਪਮੈਂਟ ਸੌਖੀ ਹੋ ਜੇ। ਠੀਕ ਹੈ, ਜ਼ਿਆਦਾ ਮਟੀਰੀਅਲ ਆਪਾਂ ਨੂੰ ਬੱਚੇ ਨੂੰ ਦੇਣਾ ਹੈ ਨਾ, ਵੱਧ ਬੱਚੇ ਪ੍ਰੋਡਿਊਸ ਕਰਨ 'ਚ ਤਾਂ ਆਪਾਂ ਜ਼ੋਰ ਨਹੀਂ ਦੇਣਾ, ਆਪਾਂ ਨੇ ਬੱਚਾ ਭਾਵੇਂ ਇੱਕੋ ਹੀ ਪ੍ਰੋਡਿਊਸ ਹੋਵੇ ਬਟ ਵਧੀਆ ਪ੍ਰੋਡਿਊਸ ਹੋਵੇ, ਰਾਈਟ। ਠੀਕ ਆ, ਤਾਂ ਸੈਕਿੰਡ ਮਿਓਟਿਕ ਡਿਵੀਜ਼ਨ ਉਦੋਂ ਕੰਪਲੀਟ ਹੋਊਗੀ ਜਦੋਂ ਫਰਟੀਲਾਈਜੇਸ਼ਨ ਹੋਊਗੀ। ਠੀਕ ਹੈ, ਫਰਟੀਲਾਈਜੇਸ਼ਨ ਦਾ ਵੈਸੇ ਮਤਲਬ ਹੁੰਦਾ ਕਿ ਦੋਨਾਂ ਦਾ ਫਿਊਜ਼ਨ, ਜਾਂ ਆਪਾਂ ਕਹਿ ਸਕਦੇ ਹੋ ਕਿ ਜਦੋਂ ਜਿਹੜਾ ਸਪਰਮ ਦਾ ਨਿਊਕਲੀਅਸ ਆ, ਸਪਰਮ ਦਾ ਹੈਡ ਜਦੋਂ ਓਵਮ ਦੇ ਸਾਈਟੋਪਲਾਜ਼ਮ ਦੇ ਅੰਦਰ ਐਂਟਰ ਹੋ ਚੁੱਕਾ, ਤਾਂ ਉਦੋਂ ਜਿਹੜਾ ਸੈਕੰਡਰੀ ਓਸਾਈਟ ਆ, ਸੋਰੀ ਮੋਰ ਸਪੈਸੀਫਿਕਲੀ ਜਦੋਂ ਸਪਰਮ ਦਾ ਹੈਡ ਉਹ ਸੈਕੰਡਰੀ ਓਸਾਈਟ ਦੇ ਸਾਈਟੋਪਲਾਜ਼ਮ ਦੇ ਅੰਦਰ ਐਂਟਰ ਹੋ ਜਾਊਗਾ, ਤਾਂ ਸੈਕੰਡਰੀ ਓਸਾਈਟ ਆਪਦੀ ਸੈਕਿੰਡ ਮਿਓਟਿਕ ਡਿਵੀਜ਼ਨ ਕੰਪਲੀਟ ਕਰਕੇ ਓਵਮ ਦੇ ਵਿੱਚ ਕਨਵਰਟ ਹੋ ਜਾਊਗਾ ਐਂਡ ਇੱਕ ਪੋਲਰ ਬੋਡੀ ਬਣਾਊਗਾ। ਓਕੇ, ਵੈਰੀ ਸਿੰਪਲ ਇਟ ਇਜ਼। ਨਾਓ ਲੈਟ ਅਸ ਰੀਡ ਇਟ। ਆਪਾਂ ਨੇ ਤੱਕ ਪੜ੍ਹ ਲਿਆ ਸੀ, ਠੀਕ ਹੈ, 60,000 ਤੋਂ 80,000 ਪ੍ਰਾਇਮਰੀ ਫੋਲੀਕਲਸ ਹੁੰਦੇ ਨੇ ਸਿਰਫ ਪਿਊਬਰਟੀ ਤੱਕ। ਫਿਰ ਜਿਹੜੇ ਪ੍ਰਾਇਮਰੀ ਫੋਲੀਕਲਸ ਨੇ ਉਹ ਕੀ ਆ, ਹੋਰ ਲੇਅਰਸ ਦੇ ਨਾਲ ਸਰਾਊਂਡ ਹੋ ਜਾਂਦੇ ਨੇ ਗ੍ਰੈਨੂਲੋਸਾ ਸੈਲਸ ਦੀ, ਤੇ ਇੱਕ ਨਵਾਂ ਥੀਕਾ ਵੀ ਉਹਨਾਂ ਨੂੰ ਇਰਦ ਗਿਰਦ ਡਿਵੈਲਪ ਹੋ ਜਾਂਦਾ, ਤੇ ਉਹਨੂੰ ਆਪਾਂ ਸੈਕੰਡਰੀ ਫੋਲੀਕਲ ਕਹਿ ਦਿੰਦੇ ਹਾਂ। ਦ ਸੈਕੰਡਰੀ ਫੋਲੀਕਲ ਸੂਨ ਟਰਾਂਸਫਾਰਮਸ ਇਨਟੂ ਅ ਟਰਸ਼ਰੀ ਫੋਲੀਕਲ। ਉਹਦੇ ਬਾਅਦ ਜਿਹੜੇ ਸੈਕੰਡਰੀ ਫੋਲੀਕਲ ਆ ਟਰਸ਼ਰੀ ਫੋਲੀਕਲ ਦੇ ਵਿੱਚ ਟਰਾਂਸਫਾਰਮ ਹੋ ਜਾਂਦਾ। ਤੇ ਟਰਸ਼ਰੀ ਫੋਲੀਕਲ ਦੇ ਕੋਲ ਕੀ ਵੱਖਰੀ ਚੀਜ਼ ਆ, ਉਹਦੇ ਕੋਲ ਕੀ ਹੁੰਦੀ ਹੈ, ਇੱਕ ਫਲੂਇਡ ਫਿਲਡ ਕੈਵਿਟੀ ਹੁੰਦੀ ਹੈ ਜਿਹਨੂੰ ਕਿ ਐਂਟਰਮ ਕਹਿੰਦੇ ਆ। ਤੇ ਜਿਹੜੀ ਥੀਕਾ ਲੇਅਰ ਆ ਉਹ ਵੀ ਕੀ ਹੋ ਜਾਂਦੀ ਹੈ, ਆਰਗੇਨਾਈਜ਼ ਹੋ ਜਾਂਦੀ ਹੈ, ਇੱਕ ਥੀਕਾ ਇੰਟਰਨਾ, ਠੀਕ ਆ, ਤੇ ਥੀਕਾ ਐਕਸਟਰਨਾ ਦੇ ਵਿੱਚ। ਥੀਕਾ ਇੰਟਰਨਾ ਤੋਂ ਪਤਾ ਲੱਗਦਾ ਕਿ ਅੰਦਰਲੇ ਪਾਸੇ ਥੀਕਾ ਇੰਟਰਨਾ ਪ੍ਰੈਜ਼ੈਂਟ ਹੋਗੀ ਤੇ ਬਾਹਰਲੇ ਪਾਸੇ ਕੀ ਪ੍ਰੈਜ਼ੈਂਟ ਹੋਗੀ, ਥੀਕਾ ਐਕਸਟਰਨਾ। ਠੀਕ ਆ, it is important to draw your attention that it is at this stage that the primary oocyte within the tertiary follicle grows in size and complete its first meiotic division। ਠੀਕ ਆ, ਤਾਂ ਇਹਦੇ ਵਿੱਚ ਕੀ ਹੁੰਦਾ ਗਾ ਕਿ ਇਸ ਸਟੇਜ ਦੇ ਉੱਪਰ, ਠੀਕ ਆ, ਜਿਹੜਾ ਪ੍ਰਾਇਮਰੀ oocyte ਆ, ਠੀਕ ਆ, ਪ੍ਰਾਇਮਰੀ oocyte ਹੁੰਦਾ ਜਿਹੜਾ ਟਰਸ਼ਰੀ ਫੋਲੀਕਲ ਦੇ ਅੰਦਰ, ਉਹ ਆਪਦਾ ਸਾਈਜ਼ ਵੱਡਾ ਕਰਦਾ, ਸਾਈਜ਼ ਵੱਡਾ ਕਰਕੇ ਉਹ ਕੀ ਆਪਦੀ ਫਸਟ ਮਿਓਟਿਕ ਡਿਵੀਜ਼ਨ ਕੰਪਲੀਟ ਕਰਦਾ ਤੇ ਉਹ ਕੀ ਆ ਸੈਕੰਡਰੀ oocyte ਦੇ ਵਿੱਚ ਕਨਵਰਟ ਹੋ ਜਾਂਦਾ ਗਾ। ਸੋ ਪ੍ਰਾਇਮਰੀ oocyte ਆਪਦੀ ਫਸਟ ਮਿਓਟਿਕ ਡਿਵੀਜ਼ਨ ਕਿਹੜੇ ਫੋਲੀਕਲ ਦੇ ਅੰਦਰ ਕੰਪਲੀਟ ਕਰਦਾ, ਟਰਸ਼ਰੀ ਫੋਲੀਕਲ ਦੇ ਅੰਦਰ। ਠੀਕ ਹੈ, ਟਰਸ਼ਰੀ ਫੋਲੀਕਲ ਦੇ ਅੰਦਰ ਦੀ ਫਸਟ ਮਿਓਟਿਕ ਡਿਵੀਜ਼ਨ ਕੰਪਲੀਟ ਕਰਕੇ ਉਹ ਕਨਵਰਟ ਹੋ ਜਾਂਦਾ ਸੈਕੰਡਰੀ oocyte ਦੇ ਵਿੱਚ ਤੇ ਇੱਕ ਬਣਾਉਂਦੇ ਤਾਂ ਉਹ ਪੋਲਰ ਬੋਡੀ। ਠੀਕ ਹੈ, ਇਟ ਇਜ਼ ਐਨ ਅਨਇਕੁਅਲ ਡਿਵੀਜ਼ਨ। ਇੱਕ ਇਹ ਅਨਇਕੁਅਲ ਡਿਵੀਜ਼ਨ ਹੁੰਦੀ ਆ ਜਿਹਦੇ ਵਿੱਚ, ਠੀਕ ਆ, ਇੱਕ ਲਾਰਜ ਹੈਪਲੋਇਡ ਸੈਕੰਡਰੀ oocyte ਬਣਦਾ ਤੇ ਇੱਕ ਟਾਈਨੀ ਫਸਟ ਪੋਲਰ ਬੋਡੀ ਬਣਦੀ ਹੈ। ਫਸਟ ਪੋਲਰ ਬੋਡੀ ਫਸਟ ਮਿਓਟਿਕ ਡਿਵੀਜ਼ਨ ਤੋਂ ਬਾਅਦ ਬਣੂਗੀ, ਸੈਕੰਡ ਪੋਲਰ ਬੋਡੀ ਸੈਕੰਡ ਮਿਓਟਿਕ ਡਿਵੀਜ਼ਨ ਤੋਂ ਬਾਅਦ ਬਣੂਗੀ। ਠੀਕ ਆ, the secondary oocyte retains bulk of the nutrient rich cytoplasm of the primary oocyte। ਠੀਕ ਆ, ਜਿਹੜਾ ਸੈਕੰਡਰੀ oocyte ਹੁੰਦਾ ਉਹਦੇ ਕੋਲ ਕੀ ਹੁੰਦਾ, ਪ੍ਰਾਇਮਰੀ oocyte ਦਾ ਕਾਫੀ ਸਾਰਾ ਨਿਊਟਰੀਐਂਟ ਰਿਚ ਸਾਈਟੋਪਲਾਜ਼ਮ ਦਾ ਬਲਕ ਪ੍ਰੈਜ਼ੈਂਟ ਹੁੰਦਾ। ਠੀਕ ਹੈ, ਜ਼ਿਆਦਾਤਰ ਸਾਈਟੋਪਲਾਜ਼ਮ ਜਿਹੜਾ ਸਾਈਟੋਪਲਾਜ਼ਮ ਹੈ ਇਹਦਾ ਪੈਡੀਕਲ ਦੇ ਨਿਊਟਰੀਐਂਟ ਰਿਚ ਹੁੰਦਾ, ਪ੍ਰਾਇਮਰੀ oocyte ਦਾ ਵੀ, ਸੈਕੰਡਰੀ oocyte ਦਾ ਵੀ। ਠੀਕ ਹੈ, ਤੇ ਜ਼ਿਆਦਾਤਰ ਸਾਈਟੋਪਲਾਜ਼ਮ
ਡਿਵੀਜ਼ਨ ਹੀ ਅਨਈਕੁਅਲ ਆ, ਇੱਕ ਸੈੱਲ ਬਹੁਤ ਵੱਡਾ ਬਣਿਆ ਹੈ, ਦੂਜਾ ਬਹੁਤ ਹੀ ਛੋਟਾ ਬਣਿਆ ਤਾਂ ਜਿਹੜਾ ਜ਼ਿਆਦਾਤਰ ਸਾਈਟੋਪਲਾਜ਼ਮ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੇ ਉਹ ਕਿਹਦੇ ਕੋਲ ਗਈਆਂ, ਸੈਕੰਡਰੀ ਓਸਾਈਟ ਕੋਲ ਹੀ ਗਈਆਂ, ਠੀਕ ਹੈ, ਪ੍ਰਾਇਮਰੀ ਓਸਾਈਟ ਦੀਆਂ। ਕੈਨ ਯੂ ਥਿੰਕ ਐਨੀ ਐਡਵਾਂਟੇਜ ਫॉर ਦਿਸ? ਇਹਦੀ ਐਡਵਾਂਟੇਜ ਇਹੀ ਹੈ ਕਿ ਇਹ ਡਿਵੈਲਪਮੈਂਟ ਦੇ ਵਿੱਚ ਹੈਲਪ ਕਰੂਗਾ, ਰਾਈਟ। ਇਹਦੇ ਵਿੱਚ ਇਹਦੇ ਨਾਲ ਵਧੀਆ ਡਿਵੈਲਪਮੈਂਟ ਹੋਊਗੀ ਅਤੇ ਇੱਕ ਸਾਈਟੋਪਲਾਜ਼ਮ ਇੱਕ ਜ਼ਿਆਦਾਤਰ ਜਿਹੜਾ ਮਤਲਬ ਜ਼ਿਆਦਾਤਰ ਜਿਹੜਾ ਸਮਾਨ ਹੈ ਹੈ ਨਾ ਇੱਕ ਸੈੱਲ ਦਾ ਉਹ ਇੱਕੋ ਹੀ ਸੈੱਲ ਕੋਲ ਜਾਊਗਾ, ਕਿਉਂਕਿ ਆਪਾਂ ਨੇ ਇੱਕੋ ਹੀ ਬੱਚਾ ਬੇਸਿਕਲੀ ਪ੍ਰੋਡਿਊਸ ਕਰਨਾ, ਠੀਕ ਆ। ਕੈਨ ਯੂ ਥਿੰਕ ਡਸ ਦ ਫਸਟ ਪੋਲਰ ਬੋਡੀ ਬੋਰਨ ਆਊਟ ਆਫ ਦ ਫਸਟ ਮਿਓਟਿਕ ਡਿਵੀਜ਼ਨ ਡਿਵਾਈਡ ਫਰਦਰ ਔਰ ਡੀਜਨਰੇਟ? ਠੀਕ ਆ, ਉਹ ਡੀਜਨਰੇਟ ਕਰ ਜਾਂਦੀ ਹੈ ਬੇਸਿਕਲੀ, ਠੀਕ ਆ, ਬਟ ਇਨ ਸਮ ਕੇਸਿਸ ਇਟ ਮੇ ਡਿਵਾਈਡ ਆਲਸੋ। ਫਿਰ ਵੀ ਡਿਵਾਈਡ ਕਰਕੇ ਉਹ ਕੀ ਬਣਾਉਗੀ, ਬਹੁਤ ਛੋਟੀ ਛੋਟੀ ਪੋਲਰ ਬੋਡੀਜ਼। ਐਟ ਪ੍ਰੈਜ਼ੈਂਟ ਵੀ ਆਰ ਨੋਟ ਵੈਰੀ ਸਰਟੇਨ ਅਬਾਊਟ ਦਿਸ, ਠੀਕ ਹੈ, ਅਤੇ ਆਪਾਂ ਕੀ ਆ ਹਜੇ ਆਪਾਂ ਇੰਨੇ ਸਰਟੇਨ ਨਹੀਂ ਹੈਗੇ ਕਿ ਉਹ ਡਿਵਾਈਡ ਕਰੂਗੀ ਜਾਂ ਡੀਜਨਰੇਟ ਕਰੂਗੀ, ਹਜੇ ਆਪਾਂ ਨੂੰ ਨਹੀਂ ਪਤਾ, ਠੀਕ ਆ। ਦ ਟਰਸ਼ਰੀ ਫੋਲੀਕਲ ਫਰਦਰ ਚੇਂਜਿਸ ਇਨਟੂ ਦ ਮੈਚਿਓਰ ਫੋਲੀਕਲ ਔਰ ਗ੍ਰਾਫੀਅਨ ਫੋਲੀਕਲ। ਫਿਰ ਜਿਹੜਾ ਟਰਸ਼ਰੀ ਫੋਲੀਕਲ ਆ ਉਹ ਕੀ ਆ, ਮੈਚਿਓਰ ਫੋਲੀਕਲ ਜਾਂ ਫਿਰ ਗ੍ਰਾਫੀਅਨ ਫੋਲੀਕਲ ਦੇ ਵਿੱਚ ਚੇਂਜ ਹੋ ਜਾਂਦਾ ਹੈਗਾ। ਦ ਸੈਕੰਡਰੀ ਓਸਾਈਟ ਫਾਰਮਸ ਅ ਨਿਊ ਮੈਂਬਰੇਨ ਕਾਲਡ ਜ਼ੋਨਾ ਪੈਲੂਸੀਡਾ। ਜਿਹੜਾ ਸੈਕੰਡਰੀ ਓਸਾਈਟ ਆ ਉਹ ਆਪਦੇ ਆਲੇ ਦੁਆਲੇ ਇੱਕ ਨਵਾਂ ਮੈਂਬਰੇਨ ਬਣਾ ਲੈਂਦਾ ਹੈਗਾ, ਜਿਹਨੂੰ ਕਿ ਆਪਾਂ ਜ਼ੋਨਾ ਪੈਲੂਸੀਡਾ ਕਹਿੰਦੇ ਹਾਂ। ਅਤੇ ਜ਼ੋਨਾ ਪੈਲੂਸੀਡਾ ਜਿਹੜਾ ਹੈਗਾ ਉਹ ਸੈਕੰਡਰੀ ਓਸਾਈਟ ਨੂੰ ਕੀ ਕਰਦਾ ਹੈਗਾ, ਸਰਾਊਂਡ ਕਰਦਾ। ਦ ਗ੍ਰਾਫੀਅਨ ਫੋਲੀਕਲ ਨਾਓ ਰਪਚਰਸ ਟੂ ਰਿਲੀਜ਼ ਦਾ ਸੈਕੰਡਰੀ ਓਸਾਈਟ। ਫਿਰ ਉਹਦੇ ਬਾਅਦ ਜਿਹੜਾ ਗ੍ਰਾਫੀਅਨ ਫੋਲੀਕਲ ਆ ਉਹ ਰਪਚਰ ਕਰਕੇ ਸੈਕੰਡਰੀ ਓਸਾਈਟ ਨੂੰ, ਔਰ ਯੂ ਕੈਨ ਸੇ ਓਵਮ ਦੀ ਵੈਸੇ ਆਪਾਂ ਕਹਿੰਦੇ ਹੈਗੇ ਸੈਕੰਡਰੀ ਓਸਾਈਟ ਨੂੰ, ਠੀਕ ਆ। ਓਵਮ ਤਾਂ ਉਦੋਂ ਹੀ ਬਣੂਗਾ ਨਾ ਜਦੋਂ ਉਹਦੀ ਸੈਕੰਡ ਮਿਓਟਿਕ ਡਿਵੀਜ਼ਨ ਕੰਪਲੀਟ ਹੋ ਗਈ। ਗ੍ਰਾਫੀਅਨ ਫੋਲੀਕਲ ਰਪਚਰ ਕਰਕੇ ਸੈਕੰਡਰੀ ਓਸਾਈਟ ਨੂੰ ਰਿਲੀਜ਼ ਕਰ ਦਿੰਦਾ ਹੈਗਾ ਓਵਰੀ ਤੋਂ, ਠੀਕ ਹੈ। ਅਤੇ ਇਸ ਪ੍ਰੋਸੈਸ ਨੂੰ, ਠੀਕ ਹੈ, ਇਸ ਪ੍ਰੋਸੈਸ ਨੂੰ, ਦ ਪ੍ਰੋਸੈਸ ਬਾਈ ਵਿਚ ਦ ਸੈਕੰਡਰੀ ਓਸਾਈਟ ਇਜ਼ ਰਿਲੀਜ਼ਡ ਫਰੋਮ ਦ ਗ੍ਰਾਫੀਅਨ ਫੋਲੀਕਲ ਔਰ ਬੇਸਿਕਲੀ ਫਰੋਮ ਦ ਓਵਰੀ। ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ, ਓਵੂਲੇਸ਼ਨ ਕਹਿੰਦੇ ਹਾਂ। ਕੈਨ ਯੂ ਆਈਡੈਂਟੀਫਾਈ ਮੇਜਰ ਡਿਫਰੈਂਸਿਸ ਬਿਟਵੀਨ ਦ ਸਪਰਮੈਟੋਜੈਨੇਸਿਸ ਅਤੇ ਓਜੈਨੇਸਿਸ? ਮੇਜਰ ਡਿਫਰੈਂਸਿਸ ਤਾਂ ਇਹੀ ਨੇ, ਫਸਟ ਕਿ ਇਹ ਪਿਊਬਰਟੀ ਵੇਲੇ ਸ਼ੁਰੂ ਹੁੰਦੀ ਆ, ਅਤੇ ਇਹ ਕਿਹੜੀ ਆ ਉਦੋਂ ਸ਼ੁਰੂ ਹੁੰਦੀ ਆ ਐਮਬ੍ਰੀਓਨਿਕ ਡਿਵੈਲਪਮੈਂਟ ਵੇਲੇ ਸ਼ੁਰੂ ਹੋ ਜਾਂਦੀ ਆ। ਸੈਕਿੰਡ ਕਿ ਇਹ ਥਰੂ ਆਊਟ ਦ ਲਾਈਫ ਚੱਲਦੀ ਹੈ ਪਿਊਬਰਟੀ ਤੋਂ ਬਾਅਦ, ਇਹ ਕੀ ਆ ਬਾਅਦ 'ਚ ਬੰਦ ਹੋ ਜਾਂਦੀ, ਮੈਨੋਪੌਜ਼ ਤੋਂ ਬਾਅਦ ਇਹ ਨਹੀਂ ਚਾਲੂ ਰਹਿੰਦੀ, ਰਾਈਟ। ਅਤੇ ਥਰਡ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇਕੁਅਲ ਡਿਵੀਜ਼ਨਸ ਹੁੰਦੀਆਂ ਨੇ ਸਾਰੀਆਂ, ਬਟ ਇਹਦੇ ਵਿੱਚ ਅਨਈਕੁਅਲ ਡਿਵੀਜ਼ਨਸ ਹੁੰਦੀਆਂ ਨੇ, ਠੀਕ ਆ। ਇਹਦੇ ਵਿੱਚ ਇੱਕ ਤੋਂ ਬਾਅਦ ਜਿਹੜੀ ਆ ਦੂਜੀ ਡਿਵੀਜ਼ਨਸ ਜਿਹੜੀ ਆ ਉਹ ਟੇਕ ਪਲੇਸ ਇਮੀਡੀਏਟਲੀ ਟੇਕ ਪਲੇਸ ਕਰਨ, ਬਟ ਇਹਦੇ ਵਿੱਚ ਟੈਂਪਰਲੀ ਅਰੈਸਟਡ ਹੁੰਦੇ ਆ, ਠੀਕ ਹੈ, ਜਿਹੜੇ ਸੈਲਸ ਹੁੰਦੇ ਆ। ਇਹ ਕੁਝ ਮੇਜਰ ਡਿਫਰੈਂਸਿਸ ਤੁਸੀਂ ਕਹਿ ਸਕਦੇ ਹੋ। A diagrammatic representation of the spermatogenesis and oogenesis is given below, but before that we should see the diagrammatic section of a ovary. So ਇੱਥੇ ਆਪਣੇ ਕੋਲ ਕੀ ਨੇ, ਬਲੱਡ ਵੈਸਲਸ ਨੇ, ਠੀਕ ਆ, these are the blood vessels। ਅਤੇ ਆਹ ਆਪਣਾ ਕੀ ਆ, ਪ੍ਰਾਇਮਰੀ ਫੋਲੀਕਲ ਆ, ਠੀਕ ਹੈ। ਇਹਨਾਂ ਨੂੰ ਆਪਾਂ ਪ੍ਰਾਇਮਰੀ ਓਸਾਈਟ ਕਹਿ ਜਾਂਦੇ ਹਾਂ, ਕਹਿ ਸਕਦੇ ਹਾਂ, ਜਿਹੜੇ ਛੋਟੇ ਛੋਟੇ ਨੇ, ਜਾਂ ਆਈ ਥਿੰਕ ਇਹ ਪ੍ਰਾਇਮਰੀ ਫੋਲੀਕਲ ਨਹੀਂ ਨੇ, ਬਟ ਇਹ ਬਹੁਤ ਕਾਫੀ ਛੋਟੇ ਨੇ, ਆਈ ਡੋਂਟ ਨੋ ਵਟ ਇਟ ਇਜ਼, ਠੀਕ ਆ। ਆਹ ਆਪਣੇ ਕੋਲ ਕੀ ਹੈ, ਪ੍ਰਾਇਮਰੀ ਫੋਲੀਕਲ ਆ, ਉਹਦੇ ਅੰਦਰ ਪ੍ਰਾਇਮਰੀ ਓਸਾਈਟ ਆ ਅਤੇ ਉਹਨੂੰ ਗ੍ਰੈਨੂਲੋਸਾ ਸੈਲਸ ਦੀ ਲੇਅਰ ਜਿਹੜੀ ਆ ਉਹ ਸਰਾਊਂਡ ਕਰ ਰਹੀ ਆ, ਠੀਕ ਹੈ। ਉਦੋਂ ਬਾਅਦ ਇਹ ਤੋਂ ਬਣਿਆ ਸੈਕੰਡਰੀ ਫੋਲੀਕਲ, ਜਦੋਂ ਹੋਰ ਗ੍ਰੈਨੂਲੋਸਾ ਸੈਲਸ ਤੇ ਇੱਕ ਠੀਕ ਆ ਡਿਵੈਲਪ ਹੋ ਗਿਆ। ਫਿਰ ਅੱਗੇ ਜਿਹੜੀ ਡਿਵੈਲਪਮੈਂਟ ਹੋ ਰਹੀ ਹੈਗੀ ਟਰਸ਼ਰੀ ਫੋਲੀਕਲ ਦੀ। ਟਰਸ਼ਰੀ ਫੋਲੀਕਲ ਦੇ ਵਿੱਚ ਕੀ ਹੋਊਗਾ, ਸੈਕੰਡਰੀ ਓਸਾਈਟ ਆਪਾਂ ਨੂੰ ਦੇਖਣ ਨੂੰ ਮਿਲੇਗਾ ਅਤੇ ਇੱਕ ਲਾਰਜ ਫਲੂਇਡ ਫਿਲਡ ਕੈਵਿਟੀ ਆ, ਜਿਹਨੂੰ ਕਿ ਆਪਾਂ ਐਂਟਰਮ ਕਹਿੰਦੇ ਹੈਗੇ, ਠੀਕ ਆ। ਅਤੇ ਉਹਨੂੰ ਕੀ ਆ, ਗ੍ਰੈਨੂਲੋਸਾ ਸੈਲਸ ਤੇ ਥਿਕਾ ਇੰਟਰਨਲ ਤੇ ਥਿਕਾ ਐਕਸਟਰਨਲ ਉਹਨੂੰ ਕੀ ਕਰ ਰਹੇ ਨੇ, ਸਰਾਊਂਡ ਕਰ ਰਹੇ ਨੇ। ਫਿਰ ਉਹਦੋਂ ਬਾਅਦ ਇਹਦੇ ਵਿੱਚ ਕੀ ਆ, ਜ਼ੋਨਾ ਪੈਲੂਸੀਡਾ ਵੀ ਜਦੋਂ ਡਿਵੈਲਪ ਹੋ ਗਿਆ ਤਾਂ ਆਪਾਂ ਇਹ ਫੋਲੀਕਲ ਨੂੰ ਕਹਿਤਾ ਗ੍ਰਾਫੀਅਨ ਫੋਲੀਕਲ। ਫਿਰ ਠੀਕ ਹੈ, ਗ੍ਰਾਫੀਅਨ ਫੋਲੀਕਲ ਦੇ ਵਿੱਚ ਓਵੂਲੇਸ਼ਨ ਦੇ ਵੇਲੇ ਜਿਹੜਾ ਸੈਕੰਡਰੀ ਓਸਾਈਟ ਆ ਉਹ ਕੀ ਆ, ਬਾਹਰ ਨਿਕਲ ਗਿਆ ਅਤੇ ਗ੍ਰਾਫੀਅਨ ਫੋਲੀਕਲ ਦੇ ਵਿੱਚ ਕੁਝ ਬਲੱਡ ਕਲੋਟਸ ਵਗੈਰਾ ਰਹਿ ਗਏ, ਠੀਕ ਆ। ਅਤੇ ਉਹ ਸਟਰਕਚਰ ਦੇ ਵਿੱਚ ਕਨਵਰਟ ਹੋ ਗਿਆ, ਜਿਹਨੂੰ ਕਿ ਆਪਾਂ ਕਹਿੰਦੇ ਹਾਂ ਕਾਰਪਸ ਲਿਊਟੀਅਮ। ਕਾਰਪਸ ਲਿਊਟੀਅਮ ਬੇਸਿਕਲੀ ਪ੍ਰੋਜੈਸਟੇਰੋਨ ਅਤੇ ਈਸਟ੍ਰੋਜਨ ਨੂੰ ਸਿਕਰੀਟ ਕਰਦਾ। ਪ੍ਰੋਜੈਸਟੇਰੋਨ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਕਾਰਪਸ ਲਿਊਟੀਅਮ ਸਿਕਰੀਟ ਕਰਦਾ, ਅਤੇ ਕਾਫੀ ਘੱਟ ਮਾਤਰਾ ਦੇ ਵਿੱਚ ਇਹ ਈਸਟ੍ਰੋਜਨ ਸਿਕਰੀਟ ਕਰਦਾ ਹੈਗਾ। ਸੋ ਇੱਥੇ ਆਪਾਂ ਨੂੰ ਕੀ ਹੈ, ਸਪਰਮੈਟੋਜੈਨੇਸਿਸ ਅਤੇ ਓਜੈਨੇਸਿਸ ਦਾ ਡਾਇਗਰਾਮੈਟਿਕ ਵਿਊ ਦਿੱਤਾ ਹੈਗਾ। ਸਭ ਤੋਂ ਪਹਿਲਾਂ ਸਪਰਮੈਟੋਗੋਨੀਆ ਜਿਹੜੇ ਆ ਪਿਊਬਰਟੀ ਦੇ ਉੱਪਰ, ਉਹਨਾਂ ਨੇ ਮਾਈਟੋਟਿਕ ਡਿਵੀਜ਼ਨ ਕਰਕੇ ਪਹਿਲਾਂ ਤਾਂ ਕਾਫੀ ਸਾਰੇ ਸਪਰਮੈਟੋਗੋਨੀਆ ਬਣਾਏ, ਫਿਰ ਉਹਨਾਂ ਦੇ ਵਿੱਚੋਂ ਕੁਝ ਡਿਫਰੈਂਸ਼ੀਏਟ ਹੋਏ ਟੂ ਫਾਰਮ ਦ ਪ੍ਰਾਇਮਰੀ ਸਪਰਮੈਟੋਸਾਈਟਸ, ਠੀਕ ਆ। ਮਾਈਟੋਟਿਕ ਡਿਵੀਜ਼ਨ ਡਿਫਰੈਂਸ਼ੀਏਸ਼ਨ ਹੋਈ, ਪ੍ਰਾਇਮਰੀ ਸਪਰਮੈਟੋਸਾਈਟਸ ਬਣੇ। ਫਿਰ ਉਹਦੇ ਬਾਅਦ ਪ੍ਰਾਇਮਰੀ ਸਪਰਮੈਟੋਸਾਈਟ ਨੇ ਆਹ ਕੀ ਆ, ਪ੍ਰਾਇਮਰੀ ਸਪਰਮੈਟੋਸਾਈਟ ਆ, ਠੀਕ ਆ, ਦਿਸ ਵਨ ਆ ਬਲੂ ਵਨ। ਫਿਰ ਪ੍ਰਾਇਮਰੀ ਸਪਰਮੈਟੋਸਾਈਟ ਨੇ ਕੀਤੀ ਫਸਟ ਮਿਓਟਿਕ ਡਿਵੀਜ਼ਨ, ਅਤੇ ਇੱਕ ਪ੍ਰਾਇਮਰੀ ਸਪਰਮੈਟੋਸਾਈਟ ਤੋਂ ਅੱਗੇ ਬਣੇ ਆਪਣੇ ਕੋਲ ਦੋ ਸੈਕੰਡਰੀ ਸਪਰਮੈਟੋਸਾਈਟ, ਠੀਕ ਆ। ਪ੍ਰਾਇਮਰੀ ਸਪਰਮੈਟੋਸਾਈਟ ਜਿਹੜਾ ਸੀ ਡਿਪਲੋਇਡ ਸੀਗਾ, ਠੀਕ ਆ, ਅਤੇ ਜਿਹੜਾ ਸੈਕੰਡਰੀ ਸਪਰਮੈਟੋਸਾਈਟ ਉਹ ਕੀ, ਹੈਪਲੋਇਡ। ਫਿਰ ਉਹਦੋਂ ਬਾਅਦ ਸੈਕੰਡਰੀ ਸਪਰਮੈਟੋਸਾਈਟ ਨੇ ਆਪਦੀ ਸੈਕੰਡ ਮਿਓਟਿਕ ਡਿਵੀਜ਼ਨ
ਕੀਤੀ ਤੇ ਉਦੋਂ ਕੀ ਬਣੇ 4 ਸਪਰਮਾਟਿਡਸ ਬਣੇ ਠੀਕ ਆ। ਫਿਰ ਸਪਰਮਾਟਿਡਸ ਨੇ ਕੀ ਕੀਤੀ ਡਿਫਰੈਂਸ਼ੀਏਸ਼ਨ ਕਰੀ ਠੀਕ ਆ ਤੇ ਇਸ ਇੱਕ ਪ੍ਰੋਸੈਸ ਫੋਲੋ ਕੀਤਾ ਜਿਹਨੂੰ ਆਪਾਂ ਸਪਰਮੀਓਜੈਨੇਸਿਸ ਕਹਿੰਦੇ ਆ ਤੇ ਉਹ ਕੀ ਕਨਵਰਟ ਹੋ ਗਏ ਸਪਰਮੈਟੋਜ਼ੋਆ ਦੇ ਵਿੱਚ ਠੀਕ ਆ। ਤੇ ਹੁਣ ਆਪਾਂ ਦੇਖਦੇ ਹਾਂਗੇ ਓਜੈਨੇਸਿਸ ਠੀਕ ਆ। ਸਭ ਤੋਂ ਪਹਿਲਾਂ ਐਂਬਰੀਓ ਫੀਟਲ ਲਾਈਫ ਦੇ ਵਿੱਚ ਠੀਕ ਹੈ ਕੀ ਸੀਗਾ ਓਗੋਨੀਆ ਪ੍ਰੈਜ਼ੈਂਟ ਸੀ। ਓਗੋਨੀਆ ਦੇ ਪਹਿਲਾਂ ਤਾਂ ਮਾਈਟੋਟਿਕ ਡਿਫਰੈਂਸ਼ੀਏਸ਼ਨ ਕਰਕੇ ਪ੍ਰਾਇਮਰੀ ਓਸਾਈਟ ਬਣਾਇਆ ਐਂਡ ਉਹ ਕੀ ਆ ਫਸਟ ਮੀਓਟਿਕ ਡਿਵੀਜ਼ਨ ਦੇ ਪ੍ਰੋਫੇਸ ਦੇ ਵਿੱਚ ਠੀਕ ਹੈ ਪ੍ਰੋਫੇਸ ਫਾਰਮ ਦੇ ਵਿੱਚ ਅਰੈਸਟਡ ਸੀਗਾ ਠੀਕ ਆ। ਸਾਰਾ ਕੁਝ ਹੋਇਆ ਫੀਟਲ ਲਾਈਫ ਦੇ ਵਿੱਚ ਕਿ ਓਗੋਨੀਆ ਮਾਈਟੋਟਿਕ ਡਿਵੀਜ਼ਨ ਕਰੀ ਕਾਫੀ ਸਾਰੇ ਓਗੋਨੀਆ ਬਣਾ ਕੇ ਉਹਨਾਂ ਦੇ ਵਿੱਚ ਡਿਫਰੈਂਸ਼ੀਏਟ ਹੋ ਗਏ ਕੁਝ ਪ੍ਰਾਇਮਰੀ ਓਸਾਈਟਸ ਦੇ ਵਿੱਚ ਠੀਕ ਹੈ। ਪ੍ਰਾਇਮਰੀ ਓਸਾਈਟਸ ਦੇ ਵਿੱਚ ਡਿਫਰੈਂਸ਼ੀਏਟ ਕਿਹੜੇ ਹੋਏ ਜਿਹੜੇ ਕੀ ਆ ਫਸਟ ਮੀਓਟਿਕ ਡਿਵੀਜ਼ਨ ਦੇ ਵਿੱਚ ਦੇ ਪ੍ਰੋਫੇਸ ਫਾਰਮ ਦੇ ਵਿੱਚ ਜਿਹੜੇ ਆ ਅਰੈਸਟ ਹੋ ਗਏ। ਫਿਰ ਉਹ ਤੋਂ ਬਾਅਦ ਫਸਟ ਮੀਓਟਿਕ ਡਿਵੀਜ਼ਨ ਜਿਹੜੀ ਆ ਉਹ ਕੰਪਲੀਟ ਹੋਈ ਪਿਊਬਰਟੀ ਵੇਲੇ ਠੀਕ ਆ। ਪਿਊਬਰਟੀ ਵੇਲੇ ਫਸਟ ਮੀਓਟਿਕ ਡਿਵੀਜ਼ਨ ਕੰਪਲੀਟ ਹੋਈ ਤੇ ਇੱਕ ਫਸਟ ਪੋਲਰ ਬੋਡੀ ਬਣੀ ਤੇ ਇੱਕ ਆਪਣੇ ਕੋਲ ਬਣਿਆ ਸੈਕੰਡਰੀ ਓਸਾਈਟ ਠੀਕ ਆ। ਫਿਰ ਉਹਦੇ ਬਾਅਦ ਰੀਪਰੋਡਕਟਿਵ ਲਾਈਫ ਦੌਰਾਨ ਮਤਲਬ ਜਦੋਂ ਫਰਟੀਲਾਈਜੇਸ਼ਨ ਹੋਈ ਤਾਂ ਉਦੋਂ ਕੀ ਆ ਸੈਕੰਡ ਮੀਓਟਿਕ ਡਿਵੀਜ਼ਨ ਕੰਪਲੀਟ ਹੋਈ ਤੇ ਇੱਕ ਓਵਮ ਐਂਡ ਇੱਕ ਸੈਕੰਡ ਪੋਲਰ ਬੋਡੀ ਬਣ ਗਈ ਓਕੇ। नेक्स्ट टॉपिक इज मेंस्ट्रुअल साइकिल। आई थिंक कि मेंस्ट्रुअल साइकिल की अलग तो वीडियो बनानी चाहिए ओके आई मेक आफ्टर दिस वन। The reproductive cycle in the female primates, example monkeys, apes and human beings, is called the menstrual cycle. Female primates ਦੇ ਵਿੱਚ ਜਿਹੜਾ reproductive cycle ਹੁੰਦਾ ਗਾ ਠੀਕ ਆ। primates ਦੇ ਕੁਝ ਐਗਜ਼ਾਮਪਲਸ ਦਿੱਤੇ ਹੋਏ ਨੇ ਇੱਥੇ ਜਿਵੇਂ ਕਿ monkey ਹੋ ਗਿਆ apes ਹੋ ਗਏ ਹੈ ਨਾ ਹਿਊਮਨ ਬੀਂਗਸ ਹੋ ਗਏ ਠੀਕ ਆ ਗਿਬਨ ਰਾਈਟ। ਉਹਨਾਂ ਦੇ ਵਿੱਚ ਸਾਈਕਲ ਚੱਲਦਾ ਜਿਹੜਾ ਰੀਪਰੋਡਕਟਿਵ ਸਾਈਕਲ ਚੱਲਦਾ ਉਹਨੂੰ ਆਪਾਂ ਮੈਂਸਟਰੁਅਲ ਸਾਈਕਲ ਕਹਿੰਦੇ ਹਾਂ। ਤੇ ਜਿਹੜੇ ਨੋਨ ਪ੍ਰਾਈਮੇਟ ਮੈਮਲਸ ਦੇ ਵਿੱਚ ਚੱਲਦਾ ਜਿਹੜਾ ਸਾਈਕਲ ਨੋਨ ਪ੍ਰਾਈਮੇਟ ਮੈਮਲਸ ਦੇ ਵਿੱਚ ਚੱਲਦਾ ਉਹਨੂੰ ਆਪਾਂ ਕਹਿੰਦੇ ਹਾਂ ਈਸਟਰਸ ਸਾਈਕਲ। ਆਈ ਨੋ ਕਿ ਇਹ ਸਹੀ ਲਿਖਿਆ ਜਾ ਰਿਹਾ ਹੈ ਸਮਥਿੰਗ ਲਾਈਕ ਦਿਸ ਈਸਟਰਸ ਠੀਕ ਹੈ ਈਸਟਰਸ ਸਾਈਕਲ। The first menstruation begins at puberty and is called menarche। ਜਿਹੜਾ ਫਸਟ menstruation ਆ ਫੀਮੇਲ ਪ੍ਰਾਈਮੇਟਸ ਦੇ ਵਿੱਚ ਠੀਕ ਹੈ ਉਹ ਪਿਊਬਰਟੀ ਦੇ ਉੱਪਰ ਸ਼ੁਰੂ ਹੁੰਦਾ ਠੀਕ ਹੈ ਜਦੋਂ ਪਿਊਬਰਟੀ ਆਉਂਦੀ ਉਦੋਂ ਸ਼ੁਰੂ ਹੁੰਦਾ ਹੈਗਾ ਤੇ ਫਸਟ menstruation ਨੂੰ ਕਿਹਾ ਜਾਂਦਾ ਹੈਗਾ menarche। In human females menstruation is repeated at an average interval ਠੀਕ ਹੈ। ਇਹ ਕੀ ਆ ਫਿਕਸਡ ਇੰਟਰਵਲ ਨਹੀਂ ਹੈਗਾ ਐਵਰੇਜ ਕਿਸੇ ਦੇ ਵਿੱਚ ਕਿਤੇ 23 ਦਿਨ ਵੀ ਹੋ ਸਕਦਾ ਕਿਸੇ ਦੇ ਵਿੱਚ 33 ਦਿਨ ਵੀ ਹੋ ਸਕਦਾ ਠੀਕ ਹੈ। ਐਟ ਐਨ ਐਵਰੇਜ ਇੰਟਰਵਲ ਆਫ ਅਬਾਊਟ 28 to 29 ਡੇਜ਼ 28 to 29 ਡੇਜ਼ ਦੇ ਐਵਰੇਜ ਇੰਟਰਵਲ ਦੇ ਉੱਪਰ ਜਿਹੜਾ ਮੈਂਸਟਰੁਅਲ ਸਾਈਕਲ ਆ ਉਹ ਰਿਪੀਟ ਹੁੰਦਾ ਗਾ। ਐਂਡ ਦ ਸਾਈਕਲ ਆਫ ਇਵੈਂਟਸ ਸਟਾਰਟਿੰਗ ਫਰੋਮ ਵਨ ਮੈਂਸਟਰੂਏਸ਼ਨ ਟਿਲ ਦ ਨੈਕਸਟ ਵਨ ਇਜ਼ ਕਾਲਡ ਦ ਮੈਂਸਟਰੁਅਲ ਸਾਈਕਲ ਠੀਕ ਆ। ਤੇ ਸਾਰੇ ਇਵੈਂਟਸ ਦਾ ਸਾਈਕਲ ਇੱਕ ਮੈਂਸਟਰੂਏਸ਼ਨ ਤੋਂ ਸ਼ੁਰੂ ਹੁੰਦੇ ਹੋਏ ਦੂਜੀ ਮੈਂਸਟਰੂਏਸ਼ਨ ਤੱਕ ਜਿਹੜਾ ਸਾਰੇ ਇਵੈਂਟਸ ਦਾ ਸਾਈਕਲ ਆ ਉਹਨੂੰ ਆਪਾਂ ਮੈਂਸਟਰੁਅਲ ਸਾਈਕਲ ਕਹਿੰਦੇ ਹਾਂ। ਮੈਂਸਟਰੂਏਸ਼ਨ ਕਿਹਨੂੰ ਕਿਹਾ ਜਾਂਦਾ ਬੇਸਿਕਲੀ the shedding of the endometrial lining ਜਦੋਂ ਹੁੰਦੀ ਹੈ ਜਿਹਨੂੰ ਤੁਸੀਂ ਬੇਸਿਕਲੀ ਕਹਿੰਦੇ ਹੋ periods right or menses ਠੀਕ ਹੈ that is called as the menstruation। one ovum is released ovulation during the middle of the menstrual cycle ਠੀਕ ਹੈ। ਇੱਕ ovum ਰਿਲੀਜ਼ ਹੁੰਦਾ menstrual cycle ਦੇ ਹਰੇਕ menstrual cycle ਦੇ ਮਿਡ ਦੇ ਉੱਪਰ ਅਗਰ 28 ਡੇ menstrual cycle ਆ ਤਾਂ ਉਹਦੇ ਵਿੱਚ 14th ਡੇ ਦੇ ਉੱਪਰ ਜਿਹੜਾ ਹੈਗਾ ovum ਰਿਲੀਜ਼ ਹੋਊਗਾ